ਜੋ ਡਾਇਰੈਕਟਰਸ ਕਈ ਵਾਰ ਹਰਾਸਮੈਂਟ ਕਰਦੇ ਆ ਜਾਂ ਇਹ ਦੇਖਦੇ ਆ ਕਿ ਨਵੀਂ ਕੁੜੀ ਹੈ ਇਹਦਾ ਫਾਇਦਾ ਚੁੱਕੋ। ਜਸ਼ਨ ਨੰਨੜ ਨੇ ਮੇਰੇ ਪਾਪਾ ਨੂੰ ਇਹ ਗੱਲ ਕਹੀ ਸੀਗੀ, ਕਾਂਕਸ਼ਾ ਨੂੰ ਇਦਾਂ ਦਾ ਕੁਝ ਨਹੀਂ ਕਰਨਾ ਪਿਆ, ਆਪਾਂ ਨਾ ਲਿਟਰਲੀ ਉਹਨੂੰ ਪਰੋਸਤਾ ਪਲੇਟ 'ਚ ਪਾ ਕੇ ਆ ਲੈ। ਜਿੰਨੀ ਵੀ ਟੀਮ ਹੁੰਦੀ ਆ ਜੋ ਸਾਡੇ ਕਲੋਜ਼ ਹੁੰਦੇ ਆਸ-ਪਾਸ ਘੁੰਮ ਰਹੇ ਹੁੰਦੇ ਉਹ ਅੱਗੇ ਬੋਲ ਪੈਂਦੇ ਕਿ ਮੈਡਮ ਤੁਹਾਨੂੰ ਨਹੀਂ ਪਤਾ ਉਹ ਕਿੱਦਾਂ ਚੱਲ ਰਹੀ ਆ। ਉਹਨਾਂ ਨੂੰ ਬਹੁਤ ਵਧੀਆ ਸਿੰਗਰ ਦਾ ਸੌਂਗ ਆਇਆ ਤੇ ਉਸ ਐਕਟਰਸ ਨੇ ਬੜੇ ਐਟੀਟਿਊਡ ਨਾਲ ਜਵਾਬ ਦਿੱਤਾ ਮੈਂ ਸੌਂਗਸ ਨਹੀਂ ਕਰਦੀ ਕੀ ਸੈੱਟ ਤੇ ਉਹ ਮਾਡਲ ਨੂੰ ਬੁਲਾ ਦੋ। ਮੈਂ ਕਹਿੰਦੀ ਸੀ ਐਕਸਕਿਊਜ਼ ਮੀ ਨਾਮ ਲਓ ਆਕਾਂਕਸ਼ਾ, ਮੈਨੂੰ ਨਹੀਂ ਵਧੀਆ ਲੱਗਦਾ। ਜੈਨੂਇਨਲੀ ਬਹੁਤ ਫੀਲ ਵੀ ਹੁੰਦਾ ਸੀਗਾ ਕਿ ਆਪਾਂ ਇੰਨੇ ਟਾਈਮ ਤੋਂ ਇੱਥੇ ਕੰਮ ਕਰ ਰਹੇ ਆਪਾਂ ਮਤਲਬ ਬੇਵਕੂਫ ਆ। ਜਦੋਂ ਆਪਾਂ ਜੇ ਬਜਟ ਇੰਨਾ ਆ ਤੇ ਆਪਾਂ ਥੋੜਾ ਜਿਹਾ ਹਾਈਕ ਕਰ ਦਿੰਦੇ ਆ ਜਾਂ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਤਾਂ ਤੁਸੀਂ ਬੜੇ ਮੂੰਹ ਬਣਾਉਂਦੇ ਹੋ। ਉੱਥੇ ਦੀਆਂ ਕੁੜੀਆਂ ਜਿਨ੍ਹਾਂ ਨੂੰ ਆਂਦਾ ਕੁਝ ਨਹੀਂ ਸੈੱਟ ਤੇ ਆ ਕੇ ਐਕਟ ਵੀ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਜੋ ਕਹਿ ਰਹੀਆਂ ਨੇ ਜਸਟ ਬਿਕੋਜ਼ ਆਫ ਫੋਲੋਅਰਸ। ਮੇਰੇ ਨਾਲ ਨੇ ਆਕਾਂਕਸ਼ਾ ਸਰੀਨ। ਸਤਿ ਸ਼੍ਰੀ ਅਕਾਲ ਆਕਾਂਕਸ਼ਾ, ਕਿਵੇਂ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਬਿਲਕੁਲ ਵਧੀਆ, ਤੁਸੀਂ ਕਿਵੇਂ ਹੋ? ਮੈਂ ਬਹੁਤ ਵਧੀਆ। ਆਕਾਂਕਸ਼ਾ ਕਿਵੇਂ ਚੱਲ ਰਿਹਾ ਸਫ਼ਰ ਇੰਡਸਟਰੀ ਦੇ ਵਿੱਚ? ਇੰਨਾ ਲੰਬਾ ਸਮਾਂ ਜਿਵੇਂ ਮੈਂ ਕਿਹਾ ਹੋ ਗਿਆ ਤੁਹਾਨੂੰ। ਹਾਂਜੀ 9 ਸਾਲ ਹੋਣ ਵਾਲੇ ਆ ਹੁਣ। ਬਹੁਤ ਵਧੀਆ ਚੱਲ ਰਿਹਾ। ਆਈ ਐਮ ਸੋ ਬਲੈਸਡ ਕਿ ਮੈਂ ਇੰਨੇ ਟਾਈਮ ਤੋਂ ਕੰਮ ਕਰ ਰਹੀ ਹਾਂ। ਆਫ ਕੋਰਸ ਜਦੋਂ ਮੈਂ ਵੀ ਨਵੀਂ ਆਈ ਸੀ ਇੰਡਸਟਰੀ 'ਚ ਮੈਨੂੰ ਵੀ ਇਹ ਸੁਣਨ ਨੂੰ ਮਿਲਦਾ ਸੀਗਾ ਜੋ ਤੁਸੀਂ ਹੁਣੇ ਆਪਣੇ ਕਿਹਾ ਕਿ ਕੁੜੀਆਂ ਦੀ ਮਾਡਲਸ ਦੀ ਸ਼ੈਲਫ ਲਾਈਫ ਜ਼ਿਆਦਾ ਤੋਂ ਜ਼ਿਆਦਾ 2 ਸਾਲ 3 ਸਾਲ, ਕਈਆਂ ਦੀ ਤਾਂ 19 ਵੀ ਨਹੀਂ ਹੁੰਦੀ। ਸੋ ਮੈਂ ਉਦੋਂ ਹੀ ਸੋਚਦੀ ਹੁੰਦੀ ਸੀ ਕਿ ਨਹੀਂ ਆਈ ਹੈਵ ਟੂ ਸਟੇ ਹੇਅਰ ਫॉर ਲੌਂਗ ਟਾਈਮ, ਮੈਨੂੰ ਇਹ ਮਿਥ ਬ੍ਰੇਕ ਕਰਨੀ ਚਾਹੀਦੀ ਆ। ਐਂਡ ਜੇ ਇਨਸਾਨ ਕੇਪੇਬਲ ਹੋਵੇ ਐਂਡ ਉਹ ਆਪਣੇ ਐਟੀਟਿਊਡ ਨੂੰ ਆਪਣੀ ਡਿਗਨਿਟੀ ਨੂੰ ਮੇਨਟੇਨ ਕਰਕੇ ਰਿਸਪੈਕਟਫੁਲੀ ਕੰਮ ਕਰਦਾ ਰਹੇ ਦੈਨ ਵਾਈ ਨਾਟ। ਤੁਸੀਂ 40 ਸਾਲ ਵੀ ਕੰਮ ਕਰ ਸਕਦੇ ਹੋ। ਕੀ ਬਾਤ ਹੈ। ਆਕਾਂਕਸ਼ਾ ਕਿਵੇਂ ਸ਼ੁਰੂਆਤ ਹੋਈ ਸੀ ਇੰਡਸਟਰੀ ਦੇ ਵਿੱਚ? ਕਿਵੇਂ ਮਤਲਬ ਕਦੋਂ ਤੋਂ ਸੀਗਾ? ਇੱਕ ਤਾਂ ਹੁੰਦਾ ਛੋਟੇ ਹੁੰਦੇ ਤੋਂ ਹੀ ਹੁੰਦਾ ਕਿ ਮੈਂ ਇਸ ਲਾਈਨ ਦੇ ਵਿੱਚ ਜਾਣਾ, ਜਾਂ ਬਾਅਦ ਚ ਬੜੇ ਹੋ ਕੇ ਜਦ ਦੇਖਿਆ ਫੇਮ ਇਸ ਨੂੰ ਉਦੋਂ ਆਏ? ਛੋਟੇ ਹੁੰਦਿਆਂ ਤੋਂ ਆਈ ਥਿੰਕ ਜਦੋਂ ਤੋਂ ਮੈਂ ਪਤਾ ਨਹੀਂ 3rd 4th ਸਟੈਂਡਰਡ ਸੀਗੀ ਉਦੋਂ ਤੋਂ ਹੀ ਹੁੰਦਾ ਸੀ। ਅੱਛਾ ਟੀਵੀ ਤੇ ਮਾਧੁਰੀ ਦੀਕਸ਼ਿਤ ਨੂੰ ਦੇਖ ਲਿਆ, ਟੀਵੀ ਤੇ ਕਿਸੇ ਐਕਟਰੈਸ ਨੂੰ ਦੇਖ ਲਿਆ, ਉਦੋਂ ਤੋਂ ਹੀ ਮੰਮੀ ਦੀਆਂ ਲਿਪਸਟਿਕਸ ਚੁੱਕ ਕੇ ਲਾ ਕੇ ਸ਼ੀਸ਼ੇ ਦੇ ਸਾਹਮਣੇ ਜਾ ਕੇ ਦੁਪੱਟੇ ਲੈ ਕੇ ਫਿਰ ਉਹ ਹੀਰੋਇਨਾਂ ਵਾਲੇ ਐਕਸ਼ਨਸ, ਕਦੀ ਰੋਣ ਵਾਲੀ ਐਕਟਿੰਗ ਕਰਨ ਲੱਗ ਜਾਣੀ, ਕਦੀ ਹੱਸਣ ਵਾਲੀ, ਕਦੀ ਸ਼ਰਮਾਨ ਵਾਲੀ। ਉਦੋਂ ਤੋਂ ਹੀ ਇਟ ਵਾਜ਼ ਇਨਸਾਈਡ। ਆਈ ਥਿੰਕ ਸ਼ੁਰੂ ਤੋਂ ਹੀ ਅੰਦਰ ਸੀਗਾ। ਤੇ ਉਸ ਤੋਂ ਬਾਅਦ ਕਿਵੇਂ ਫਿਰ ਜਰਨੀ ਅੱਗੇ ਵਧੀ? ਉਸ ਤੋਂ ਬਾਅਦ ਮੈਂ ਜਦੋਂ ਥੋੜੀ ਜਿਹੀ ਵੱਡੀ ਹੋਈ ਦੈਨ ਆਈ ਰੀਅਲਾਈਜ਼ਡ ਕਿ ਨਹੀਂ ਮੈਂ ਇੱਕ ਵਾਰ ਜ਼ਰੂਰ ਟਰਾਈ ਕਰਨਾ। ਵੈਸੇ ਤਾਂ ਹਰ ਕੁੜੀ ਨੂੰ ਲੱਗਦਾ ਕਿ ਇਟਸ ਇੰਪੋਸੀਬਲ, ਕਿੱਥੇ ਆਪਾਂ ਇੱਥੇ ਪਹੁੰਚ ਸਕਦੇ ਹਾਂ, ਆਪਾਂ ਕਿੱਦਾਂ ਟੀਵੀ ਤੇ ਆਵਾਂਗੇ, ਕਿੱਥੋਂ ਰਸਤੇ ਬਣੂਗੇ, ਆਪਾਂ ਕਿਹਨੂੰ ਅਪਰੋਚ ਕਰਾਂਗੇ। ਇਟਸ ਇੰਪੋਸੀਬਲ ਬਿਕਾਜ਼ ਓਬਵੀਅਸਲੀ ਜਦੋਂ ਤੁਹਾਡੀ ਕੋਈ ਫੈਮਿਲੀ 'ਚੋਂ ਇਸ ਇੰਡਸਟਰੀ 'ਚ ਨਹੀਂ ਹੁੰਦਾ, ਤੁਹਾਡੇ ਕੋਲ ਕੋਈ ਰਾਹ ਹੀ ਨਹੀਂ ਹੈਗਾ ਕਿ ਮੈਂ ਲਾਈਕ ਹਾਊ ਵਿਲ ਆਈ ਇਵਨ ਸਟਾਰਟ। ਸੋ ਪਤਾ ਨਹੀਂ ਸੀਗਾ ਕਿੱਦਾਂ ਹੋਊਗਾ ਬਟ ਮਨ ਸੀਗਾ ਕਿ ਕਰਨਾ ਹੈ। ਸੋ ਮੈਂ ਆਪਣੇ ਪੇਰੈਂਟਸ ਨਾਲ ਇੱਕ ਵਾਰ ਗੱਲ ਕਰਨੀ ਸ਼ੁਰੂ ਕੀਤੀ। ਪਹਿਲੇ ਤਾਂ ਉਹ ਨਹੀਂ ਮੰਨੇ, ਦੇ ਵਰ ਲਾਈਕ ਨਹੀਂ ਇਹ ਸਾਡੀ ਲਾਈਨ, ਸਾਡੀ ਫੈਮਿਲੀ 'ਚ ਕੋਈ ਵੀ ਨਹੀਂ ਇਸ ਲਾਈਨ 'ਚ ਹੈਗਾ ਇਹ ਉਹ। ਆਈ ਸੈਡ ਕੋਈ ਗੱਲ ਨਹੀਂ, ਮੈਂ ਇੱਕ ਵਾਰ ਟਰਾਈ ਕਰਨਾ, ਇੱਕ ਵਾਰ ਮੈਨੂੰ ਬੰਬੇ ਲੈ ਜਿਓ, ਇੱਕ ਵਾਰ ਮੈਨੂੰ ਟਰਾਈ ਕਰਾ ਦਿਓ ਇਹ ਉਹ। ਸੋ ਉਦੋਂ ਤੋਂ ਸਟਾਰਟ ਹੋਇਆ। ਆਈ ਥਿੰਕ 9th ਕਲਾਸ ਸੀਗੀ ਸਭ ਤੋਂ ਪਹਿਲਾਂ ਜਦੋਂ ਮੈਂ ਆਪਣੇ ਡੈਡ ਨਾਲ ਗੱਲ ਕੀਤੀ ਸੀ। ਤੇ ਉਸ ਤੋਂ ਬਾਅਦ ਫਿਰ ਸਾਈਨ ਵੀ ਕਰਵਾਇਆ ਸੀ। ਇਹ ਸਟੋਰੀ ਸਾਰਿਆਂ ਨੂੰ ਹੀ ਪਤਾ। ਸਾਈਨ ਵੀ ਕਰਵਾਈ ਸੀਗੇ। 9th ਕਲਾਸ 'ਚ ਕਿਹਾ, ਪਹਿਲਾਂ ਉਹਨਾਂ ਨੇ ਮਨਾ ਕਰਤਾ, 10th 'ਚ ਕਿਹਾ ਮਨਾ ਕਰਤਾ, 11th 12th ਕਹਿੰਦੀ ਗਈ 4 ਮਹੀਨੇ ਲੰਘ ਜਾਣੇ, ਫਿਰ ਪਾਪਾ ਪਲੀਜ਼ ਜਾਣ ਦੋਗੇ। ਫਿਰ ਇੱਕ ਟਾਈਮ ਆਇਆ ਕਹਿੰਦੇ ਚੱਲ ਏਦਾਂ ਆ ਤੂੰ ਜੇ ਤਾਂ ਤੂੰ ਚਾਰਟਰਡ ਅਕਾਊਂਟੈਂਟ ਬਣ ਗਈ ਨਾ ਫਿਰ ਮੈਂ ਤੈਨੂੰ ਜਾਣ ਦਊਂਗਾ। ਮੈਂ ਕਿਹਾ ਇਹ ਤਾਂ ਬਹੁਤ ਮੁਸ਼ਕਿਲ ਕੰਮ ਹੈ। ਮੈਂ ਕਿਹਾ ਚਾਰਟਰਡ ਅਕਾਊਂਟੈਂਟ ਬਣਦੇ ਮੈਂ ਬੁੱਢੀ ਹੋ ਜਾਣਾ, ਫਿਰ ਮੈਂ ਐਕਟਰਸ ਕਿੱਦਾਂ ਬਣੂੰਗੀ। ਫਿਰ ਕਹਿੰਦੇ ਨਹੀਂ ਤੂੰ ਦੇਖ ਲੈ, ਉਹ ਤਾਂ ਤੇਰੇ ਉੱਪਰ ਆ, ਜੇ ਤੂੰ ਚਾਰਟਰਡ ਅਕਾਊਂਟੈਂਟ ਬਣ ਗਈ ਤੇ ਫਿਰ ਮੈਂ ਤੈਨੂੰ ਕਰਨ ਦਊਂਗਾ। ਮੈਂ ਕਿਹਾ ਚਲੋ ਜੇ ਇਫ ਦਿਸ ਇਜ਼ ਦ ਕੰਡੀਸ਼ਨ ਮੈਂ ਇਹ ਵੀ ਕਰ ਲੂੰਗੀ, ਮੈਂ ਜ਼ਿਆਦਾ ਜਲਦੀ ਕਰ ਲੂੰਗੀ। ਫਿਰ ਮੈਂ ਇੱਕ ਪੇਪਰ ਲੈ ਕੇ ਆਈ। ਮੈਂ ਕਿਹਾ ਹੁਣ ਮੁੱਕਰਨਾ ਨਹੀਂ ਹੈਗਾ, ਹੁਣ ਤੁਸੀਂ ਬੋਲੀ ਆਏਗਾ। ਮੈਂ ਕਿਹਾ ਹੁਣ ਫਾਇਦਾ ਚੁੱਕਾ ਮੌਕੇ ਦਾ। ਪੇਪਰ ਲੈ ਕੇ ਆਈ, ਉਹਦੇ ਤੇ ਲਿਖਿਆ ਇਫ ਆਈ ਬਿਕਮ ਚਾਰਟਰਡ ਅਕਾਊਂਟੈਂਟ ਤੁਸੀਂ ਮੈਨੂੰ ਐਕਟਰੈਸ ਬਣਨ ਦੋਗੇ। ਮੈਂ ਕਿਹਾ ਸਾਈਨ ਕਰੋ। ਸਾਈਨ ਵੀ ਉਹਨਾਂ ਨੇ ਪਹਿਲਾਂ ਨਕਲੀ ਜਿਹੇ ਕਰਤੇ ਐਂ ਜੇ। ਮੈਂ ਕਿਹਾ ਲਿਸਨ ਮੈਂ ਬੇਵਕੂਫ ਨਹੀਂ ਹੈਗੀ, ਬੈਂਕ ਵਾਲੇ ਸਾਈਨ ਕਰੋ। ਫਿਰ ਏਦਾਂ ਇਟ ਸਟਾਰਟਡ। ਤੇ ਫਿਰ ਫਸਟ ਪ੍ਰੋਜੈਕਟ ਕਦੋਂ ਮਿਲਿਆ? ਕਿਵੇਂ ਕਿਸੇ ਨੂੰ ਤੁਸੀਂ ਅਪਰੋਚ ਕੀਤੀ ਜਾਂ ਕਿਵੇਂ ਉਹ ਸਭ ਹੋਇਆ? ਮੈਂ ਐਕਚੁਅਲੀ ਸਭ ਤੋਂ ਪਹਿਲਾਂ ਨਾ ਬਿਊਟੀ ਪੈਜੈਂਟ 'ਚ ਪਾਰਟਿਸਿਪੇਟ ਕੀਤਾ ਸੀਗਾ, ਫੈਮਿਨਾ ਮਿਸ ਇੰਡੀਆ। ਹਾਂਜੀ 2014 'ਚ ਫੈਮਿਨਾ ਮਿਸ ਡੀਵਾ ਜੋ ਮਿਸ ਯੂਨੀਵਰਸ ਲਈ ਜਾਂਦੇ ਆ। ਐਂਡ ਦੈਨ ਆਈ ਵਨ ਦ ਟਾਈਟਲ ਆਫ ਮਿਸ ਚੰਡੀਗੜ੍ਹ ਉਹਦੇ 'ਚ। ਐਂਡ ਫਿਰ ਮੈਨੂੰ ਆਪਣੇ ਆਪ ਹੀ ਕਾਲ ਆਈ ਸੀਗੀ ਹੈਪੀ ਰਾਏ ਕੋਟੀ ਦੇ ਸੌਂਗ ਜਾਣ ਦੇ ਲਈ। ਜਸ਼ਨ ਨੰਨੜ ਜੀ ਉਸ ਟਾਈਮ ਕਾਫੀ ਵਧੀਆ ਡਾਇਰੈਕਸ਼ਨ ਕਰ ਰਹੇ ਸੀਗੇ। ਉਹਨਾਂ ਦਾ ਗੁੰਡੇ ਨੰਬਰ 1 ਚੱਲ ਰਿਹਾ ਸੀਗਾ, ਦਿਲਪ੍ਰੀਤ ਢਿੱਲੋਂ ਵਾਲਾ ਐਂਡ ਸਟਫ। ਸੋ ਉਹਨਾਂ ਦੇ ਆਫਿਸ ਤੋਂ ਕਾਲ ਆਈ ਸੀਗੀ ਵਿਕਾਸ ਵਸ਼ਿਸ਼ਟ ਜੀ ਦੀ ਜੋ ਉਹਨਾਂ ਦੇ ਅਸਿਸਟੈਂਟ ਡਾਇਰੈਕਟਰ ਹੁੰਦੇ ਸੀਗੇ। ਐਂਡ ਦੇ ਆਰ ਲਾਈਕ
ਆਪਾਂ ਤੁਹਾਨੂੰ ਦੇਖਿਆ ਐਂਡ ਆਪਾਂ ਚਾਹੁੰਦੇ ਹਾਂ ਕਿ ਆਪਾਂ ਤੁਹਾਨੂੰ Song 'ਚ ਫੀਚਰ ਕਰਵਾਈਏ। ਇਸ Song 'ਚ ਸਾਰਾ ਗੁਰਪਾਲ ਵੀ ਹੈ ਤੇ 2 ਵਾਈਫਸ ਦਾ ਕੈਰੈਕਟਰ ਹੈ, ਇੱਕ ਪਹਿਲੀ ਵਾਈਫ ਇੱਕ ਦੂਜੀ ਵਾਈਫ। ਸੋ ਆਈ ਵਾਸ ਲਾਈਕ ਚਲੋ ਵਾਈ ਨਾਟ ਟਰਾਈ ਸਮਥਿੰਗ ਕਿ ਮੈਂ ਕਦੀ ਨਹੀਂ ਸੋਚਿਆ ਸੀਗਾ, ਮੈਨੂੰ ਇਹ ਜ਼ਰੂਰ ਸੀਗਾ ਕਿ ਮੈਂ ਟੀਵੀ ਤੇ ਆਣਾ ਜਾਂ ਮੈਂ ਐਕਟਰੈਸ ਬਣਨਾ, ਬਟ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਪੰਜਾਬੀ ਇੰਡਸਟਰੀ 'ਚ ਆਣਾ ਜਾਂ ਮੈਂ ਸੌਂਗਸ ਕਰਨੇ ਜਾਂ ਮੂਵੀਜ਼ ਕਰਨੀ। ਮਤਲਬ ਨਥਿੰਗ ਵਾਸ ਕਲੀਅਰ, ਪਿਓਰ ਡੈਸਟੀਨੀ। ਆਪਣੇ ਆਪ ਇੱਕ Song ਕੀਤਾ, ਫਿਰ ਜਦੋਂ ਇੱਕ Song ਕੀਤਾ ਜਸ਼ਨ ਨੰਨਨ ਇਜ਼ ਲਾਈਕ ਆਈ ਰੀਅਲੀ ਲਾਈਕ ਯੋਰ ਐਕਟਿੰਗ, ਤੁਹਾਡਾ ਕੰਮ ਵੀ ਵਧੀਆ, ਤੁਹਾਡੀ ਲੁੱਕ ਵੀ ਵਧੀਆ। ਨੈਕਸਟ ਪ੍ਰੋਜੈਕਟ ਨਾ ਮੇਰੇ ਕੋਲ ਹੈਗਾ ਰੋਸ਼ਨ ਪ੍ਰਿੰਸ ਦਾ, ਦਿਲ ਡਰਦਾ, ਤੇ ਉਹਦੇ 'ਚ ਮੁਸਲਿਮ ਕੁੜੀ ਚਾਹੀਦੀ ਆ ਸਾਨੂੰ, ਤੇ ਤੁਹਾਡੀ ਲੁੱਕ ਨਾ ਉਦਾਂ ਦੀ ਆ ਰਹੀ ਆ, ਤੇ ਆਪਾਂ ਉਹਦੇ 'ਚ ਵੀ ਇਕੱਠੇ ਕੰਮ ਕਰਾਂਗੇ। ਫਿਰ ਤਾਂ ਬਸ ਮੈਂ ਕਿਹਾ ਡਨ। ਉਸ ਤੋਂ ਬਾਅਦ ਤਾਂ ਫਿਰ ਪਿੱਛੇ ਮੁੜ ਕੇ ਦੇਖਿਆ ਨਹੀਂ, ਉਸ ਤੋਂ ਬਾਅਦ ਤਾਂ ਆਪ ਕਾਲ, ਫਿਰ ਉਹ ਪ੍ਰੋਫੈਸ਼ਨ ਹੀ ਬਣ ਗਿਆ। ਕੀ ਬਾਤ ਹੈ। ਅੱਛਾ, ਕਿੰਨਾ ਕੁ ਔਖਾ ਲੱਗਦਾ, ਕਿਉਂਕਿ ਜੇ ਕਾਫੀ ਕੁੜੀਆਂ ਤੋਂ ਸੁਣਿਆ ਹਨਾ ਉਹਨਾਂ ਨੂੰ ਬਹੁਤ ਚੀਜ਼ਾਂ ਝੇਲਣੀਆਂ ਪੈਂਦੀਆਂ, ਪਰ ਲੱਕੀਲੀ ਮੈਨੂੰ ਲੱਗਦਾ ਤੁਹਾਨੂੰ ਉਹ ਚੀਜ਼ਾਂ ਝੇਲਣੀਆਂ ਨਹੀਂ ਪਈਆਂ। ਨੈਵਰ, ਕਦੀ ਵੀ ਨਹੀਂ। ਮੈਂ ਪਤਾ ਨਹੀਂ ਸ਼ਾਇਦ ਬਲੈਸਡ ਆ ਇਸ ਪਾਸਿਓ, ਬਟ ਕਦੀ ਵੀ ਮੈਂ ਕੋਈ ਸਟਰਗਲ ਨਹੀਂ ਫੇਸ ਕੀਤੀ। ਆਈ ਐਮ ਵੈਰੀ ਥੈਂਕਫੁਲ ਟੂ ਜਸ਼ਨ ਨੰਨੜ। ਜਿੱਥੋਂ ਬੰਦਾ ਸਟਾਰਟ ਕਰਦਾ, ਜੋ ਬੰਦੇ ਦੀਆਂ ਰੂਟਸ ਹੁੰਦੀਆਂ ਜਾਂ ਜਦੋਂ ਤੁਸੀਂ ਬਿਲਕੁਲ ਨਵੇਂ ਹੁੰਦੇ ਹੋ, ਉਸ ਟਾਈਮ ਤੇ ਜਿਹੜਾ ਬੰਦਾ ਤੁਹਾਨੂੰ ਚੁੱਕਦਾ ਹੈ ਨਾ, ਜਿਹੜਾ ਬੰਦਾ ਤੁਹਾਨੂੰ ਉਸ ਟਾਈਮ ਤੇ ਸਪੋਰਟ ਕਰਦਾ ਹੈ, ਉਸ ਟਾਈਮ ਤੇ ਕੰਮ ਦਿੰਦਾ ਹੈ, ਉਸ ਇਨਸਾਨ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਐਂਡ ਮੈਂ ਜ਼ਿੰਦਗੀ ਭਰ ਨਹੀਂ ਭੁੱਲੂੰਗੀ ਕਿ ਵਾਟ ਜਸ਼ਨ ਨੰਨੜ ਡਿਡ ਫॉर ਮੀ। ਮਤਲਬ ਉਹਨਾਂ ਨੂੰ ਕੋਈ ਉਹ ਨਹੀਂ ਸੀ, ਬਟ ਦ ਪੁਆਇੰਟ ਇਜ਼ ਕਿ ਜੋ ਸਟਰਗਲਸ ਕੁੜੀਆਂ ਫੇਸ ਕਰਦੀਆਂ, ਜੋ ਡਾਇਰੈਕਟਰਸ ਕਈ ਵਾਰ ਹਰਾਸਮੈਂਟ ਕਰਦੇ ਆ ਜਾਂ ਇਹ ਦੇਖਦੇ ਆ ਕਿ ਨਵੀਂ ਕੁੜੀ ਹੈ ਇਹਦਾ ਫਾਇਦਾ ਚੁੱਕੋ ਜਾਂ ਇਹਨੂੰ ਕੁਝ ਵੀ, ਆਈ ਡੋਂਟ ਨੋ, ਮੈਂ ਕਦੀ ਉਹ ਚੀਜ਼ਾਂ ਫੇਸ ਨਹੀਂ ਕੀਤੀਆਂ, ਬਟ ਜਿੰਨਾ ਕੁ ਸੁਣਿਆ ਹੋਇਆ ਉਹਦੇ ਅਕੋਰਡਿੰਗ। ਬਟ ਉੱਦਾਂ ਦਾ ਕੁਝ ਵੀ ਨਹੀਂ, ਬਿਲਕੁਲ ਫੈਮਿਲੀ ਵਾਂਗੂ। ਆਪਾਂ ਉਹਨਾਂ ਨੂੰ ਮਿਲਣ ਵੀ ਗਏ, ਮੇਰੇ ਪੇਰੈਂਟਸ ਮੇਰੇ ਨਾਲ ਗਏ ਉਹਨਾਂ ਦੇ ਘਰ, ਰੀਜੈਂਸੀ ਹਾਈਟ 91 ਸੈਕਟਰ, ਹਾਂਜੀ ਉੱਥੇ ਰਹਿੰਦੇ ਸੀਗੇ। ਮੇਰੇ ਪੇਰੈਂਟਸ ਮੇਰੇ ਨਾਲ ਗਏ, ਸ਼ੂਟ ਤੇ ਵੀ ਨਾਲ ਗਏ ਨਾ। ਉਹਨਾਂ ਨੇ ਇੰਨੀ ਰਿਸਪੈਕਟ ਕੀਤੀ ਕਿ ਅੰਕਲ ਤੁਸੀਂ ਕੀ ਖਾਓਗੇ, ਆਂਟੀ ਤੁਸੀਂ ਕਿਵੇਂ ਹੋ, ਤੁਸੀਂ ਠੀਕ ਬੈਠੇ ਹੋ। ਮਤਲਬ ਹੀ ਵਾਸ ਸੋ ਰਿਸਪੈਕਟਫੁਲ। ਐਂਡ ਫਿਰ ਉਹਨਾਂ ਨੇ ਮੈਨੂੰ 2 ਪ੍ਰੋਜੈਕਟਸ ਇੱਦਾਂ ਦੇ ਕਰਾਤੇ, ਹੈਪੀ ਰਾਏ ਕੋਟੀ, ਰੋਸ਼ਨ ਪ੍ਰਿੰਸ, ਐਂਡ ਉਸ ਤੋਂ ਬਾਅਦ ਮੈਂ ਰਣਜੀਤ ਬਾਵਾ ਦਾ ਪੌਣੇ 8 ਕਰ ਲਿਆ। ਫਿਰ ਉਸ ਤੋਂ ਬਾਅਦ ਮਤਲਬ ਆਪਣੇ ਆਪ ਹੀ ਆਈ ਥਿੰਕ ਉਹ ਨਵੀਂ ਐਸਟੈਬਲਿਸ਼ਮੈਂਟ ਮਿਲ ਗਈ, ਜੋ ਬ੍ਰੇਕ ਚਾਹੀਦੀ ਸੀਗੀ ਉਹ ਮਿਲ ਗਈ। ਫਿਰ ਮੈਨੂੰ ਕਦੇ ਵੀ ਸਟਰਗਲ ਨਹੀਂ ਫੇਸ ਕੀਤਾ। ਜਸ਼ਨ ਨੰਨਨ ਨੇ ਫਿਰ ਘਰਦਿਆਂ ਨੂੰ ਇਹ ਵੀ ਕਿਹਾ ਸੀ ਵੀ ਅਸੀਂ ਪਲੇਟ 'ਚ ਰੱਖ ਕੇ ਦੇਤਾ ਤੁਹਾਡੀ ਕੁੜੀ ਨੂੰ। ਓ ਯੈਸ, ਤੁਹਾਨੂੰ ਇਹ ਗੱਲ ਕਿੱਦਾਂ ਪਤਾ? ਸਰਚ ਹੋਮਵਰਕ ਕਰਕੇ ਆਉਣਾ ਪੈਂਦਾ। ਹਾਂਜੀ, ਮੈਨੂੰ ਜਸ਼ਨ ਨੰਨਨ ਨੇ ਮੇਰੇ ਪਾਪਾ ਨੂੰ ਇਹ ਗੱਲ ਕਹੀ ਸੀਗੀ ਕਿ ਸਰ ਤੁਹਾਨੂੰ ਨਹੀਂ ਪਤਾ ਕਿ ਮੈਂ ਔਰ ਸਾਰਾ ਗੁਰਪਾਲ ਆਪਾਂ ਬਹੁਤ ਸਟਰਗਲ ਕੀਤੀ ਆ, ਆਪਾਂ ਲਿਟਰਲੀ ਘੁੰਮੇ ਆ ਲੋਕਾਂ ਦੇ ਕੋਲ, ਲਾਈਕ ਬਹੁਤ ਸਟਰਗਲ ਕੀਤੀ ਆ, ਬਟ ਆਕਾਂक्षा ਨੂੰ ਇਦਾਂ ਦਾ ਕੁਝ ਨਹੀਂ ਕਰਨਾ ਪਿਆ। ਆਪਾਂ ਨਾ ਲਿਟਰਲੀ ਉਹਨੂੰ ਪਰੋਸਤਾ ਪਲੇਟ 'ਚ ਪਾ ਕੇ, ਆ ਲੈ ਐਸ਼ ਕਰ। ਐਕਚੁਅਲੀ ਇਦਾਂ ਹੀ ਹੋਇਆ ਮੇਰੇ ਨਾਲ ਐਕਚੁਅਲੀ। ਅੱਛਾ, ਜਿਵੇਂ ਤੁਸੀਂ ਗੱਲ ਕਹੀ ਵੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਹੈ ਨਾ ਇਹ ਚੀਜ਼ਾਂ, ਕੀ ਲੱਗਦਾ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਆਪਣੀ ਪੰਜਾਬੀ ਇੰਡਸਟਰੀ, ਚਾਹੇ ਕਾਸਟਿੰਗ ਕਾਊਚ ਲਾ ਲਓ, ਆਪਣੀ ਪੰਜਾਬੀ ਇੰਡਸਟਰੀ 'ਚ ਇਹ ਚੀਜ਼ਾਂ ਨਹੀਂ ਖੁੱਲ ਕੇ ਉਨੀ ਫਿਰ ਵੀ ਗੱਲ ਹੁੰਦੀ, ਪਰ ਹਾਂ ਬੰਬੇ ਵਗੈਰਾ ਜਾਂ ਬਾਲੀਵੁੱਡ ਦੀ ਇੰਡਸਟਰੀ 'ਚ ਹੁੰਦਾ। ਪਰ ਕੀ ਲੱਗਦਾ ਹੈ ਪੰਜਾਬ 'ਚ ਇਹ ਚੀਜ਼ ਐਗਜ਼ਿਸਟ ਕਰਦੀ ਹੈ? ਮੈਂ ਆਬਵੀਅਸਲੀ ਜਦੋਂ ਆਪਾਂ ਰੈਗੂਲਰ ਕੰਮ ਕਰਦੇ ਆ, ਮੇਕਅਪ ਆਰਟਿਸਟ, ਹੈਅਰ ਸਟਾਈਲਿਸਟ ਸਾਰੇ ਕਾਮਨ ਹੁੰਦੇ ਆ, ਸਾਰਿਆਂ ਨੂੰ ਗੱਲਾਂ ਪਤਾ ਹੀ ਹੁੰਦੀਆਂ। ਜਦੋਂ ਆਪਾਂ ਕੋਈ ਗੱਲ ਕਰਦੇ ਆ, ਅੱਛਾ ਅੱਜ ਕੱਲ ਫਲਾਨੀ ਕੁੜੀ ਨਵੀਂ ਵਧੀਆ ਚੱਲ ਰਹੀ ਆ, ਫਿਰ ਕਈ ਵਾਰੀ ਮੈਂ ਕਹਿੰਦੀ ਹਾਂ ਅੱਛਾ ਉਹ ਵਧੀਆ ਕੰਮ ਕਰ ਰਹੀ ਆ, ਆਪਾਂ ਤਾਂ ਖੁਸ਼ ਹੁੰਨੇ ਆ, there's no jealousy factor, nothing। ਬਟ ਉਦੋਂ ਮੇਕਅਪ ਆਰਟਿਸਟ ਜਾਂ ਕੋਈ ਹੈਅਰ ਸਟਾਈਲਿਸਟ ਜਾਂ ਆਸ-ਪਾਸ ਕੋਰੀਓਗ੍ਰਾਫਰਸ, ਬਹੁਤ ਟੀਮ ਹੁੰਦੀ ਆ, ਮੈਂ ਇਕੱਲੇ ਮੇਕਅਪ ਆਰਟਿਸਟ ਆਫੈਂਡ ਨਾ ਕਰ ਜਾਣ, ਬਟ ਮਤਲਬ ਜਿੰਨੀ ਵੀ ਟੀਮ ਹੁੰਦੀ ਆ ਜੋ ਸਾਡੇ ਕਲੋਜ਼ ਹੁੰਦੇ ਆ, ਆਸ-ਪਾਸ ਘੁੰਮ ਰਹੇ ਹੁੰਦੇ, ਉਹ ਅੱਗੇ ਬੋਲ ਪੈਂਦੇ ਆ ਕਿ ਮੈਡਮ ਤੁਹਾਨੂੰ ਨਹੀਂ ਪਤਾ ਉਹ ਕਿੱਦਾਂ ਚੱਲ ਰਹੀ ਆ, ਏਦਾਂ ਮੈਂ ਕਿਹਾ ਅੱਛਾ ਏਦਾਂ ਵੀ ਹੁੰਦਾ, ਠੀਕ ਹੈ ਕੋਈ ਗੱਲ ਨਹੀਂ, ਹਰ ਇੱਕ ਦੀ ਆਪਣੀ ਆਪਣੀ ਸਟਰਗਲ ਹੈ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸੋ ਯਾ, ਕੀ ਲੱਗਦਾ ਕਿ ਕਈ ਕੁੜੀਆਂ ਨੇ ਹੀ ਇਹ ਚੀਜ਼ ਨੂੰ ਉਹ ਕੀਤਾ ਹੋਇਆ, ਬਦਨਾਮ ਕੀਤਾ ਹੋਇਆ? ਉਹੀ ਕਈ ਕੁੜੀਆਂ ਕਈ ਈਜ਼ੀ ਵੇ 'ਚ ਜਾਣ ਲਈ, ਈਜ਼ੀ ਮਤਲਬ ਛੇਤੀ ਸਕਸੈਸ ਪਾਉਣ ਲਈ ਇਹ ਚੀਜ਼ 'ਚ ਪੈਂਦੀਆਂ? ਮੈਨੂੰ ਇਹਦੇ ਨਾ 2 ਪਹਿਲੂ ਆ ਇਸ ਚੀਜ਼ ਦੇ। ਇੱਕ ਤਾਂ ਆਪਾਂ ਕਹੀਏ ਕਿ ਕੁੜੀਆਂ ਹੀ ਗਲਤ ਨੇ ਕਿ ਉਹ ਈਜ਼ੀ ਵੇ ਆਊਟ ਚੂਜ਼ ਕਰ ਲੈਂਦੀ ਆ, ਸ਼ਾਰਟਕਟ ਚੂਜ਼ ਕਰ ਲੈਂਦੀ ਆ, ਬਟ ਇਹਦਾ ਦੂਜਾ ਪਹਿਲੂ ਵੀ ਹੈ ਕਿ ਜਿਹੜਾ ਬੰਦਾ ਮਜਬੂਰੀ 'ਚ ਹੁੰਦਾ ਉਹੀ ਇਹੋ ਜਿਹਾ ਕੰਮ ਕਰੂਗਾ, ਨਹੀਂ ਤਾਂ ਸ਼ੌਂਕ ਤਾਂ ਕਿਹਨੂੰ ਹੀ ਹੁੰਦਾ, ਕਿਸੇ ਵੀ ਕੁੜੀ ਨੂੰ। ਜੇ ਆਪਾਂ ਰੋਡ ਤੇ ਜਾਂਦੇ ਆ, ਬੈਗਰਸ ਹੁੰਦੇ ਆ, ਉਹ ਸਾਡੇ ਤੋਂ ਸਾਰਾ ਦਿਨ ਧੁੱਪ 'ਚ ਗਰਮੀ 'ਚ ਖੜੇ ਹੋ ਕੇ ਸਾਡੇ ਤੋਂ ਪੈਸੇ ਮੰਗਦੇ ਆ,
ਕਿ ਆਪਾਂ ਕਦੀ ਆਪਾਂ ਇਦਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਚੱਲ ਹਟ ਪਿੱਛੇ ਹੋ ਜਾ, ਬਟ ਆਪਾਂ ਕਦੀ ਸਾਈਕੋਲੋਜੀਕਲੀ ਇਹ ਨਹੀਂ ਸੋਚਦੇ ਕਿ ਇਹ ਵਿਚਾਰਾ ਧੁੱਪ 'ਚ ਖੜ ਕੇ ਕਿਉਂ ਮੰਗ ਰਿਹਾ, ਇਹਨੂੰ ਲੋੜ ਆ ਤਾਂ ਹੀ ਮੰਗ ਰਿਹਾ ਨਾ, ਇਹਨੂੰ ਇਹਦੀ ਮਜਬੂਰੀ ਹੈ ਤਾਂ ਹੀ ਮੰਗ ਰਿਹਾ। ਸੋ ਦੈਟ ਆਈ ਥਿੰਕ ਮੈਂ ਉਸ ਤਰੀਕੇ ਨਾਲ ਸੋਚਦੀ ਹਾਂ। ਬਾਈ ਗॉड्स ਗ੍ਰੇਸ ਮੈਨੂੰ ਇਦਾਂ ਦੀਆਂ ਚੀਜ਼ਾਂ ਫੇਸ ਨਹੀਂ ਕਰਨੀਆਂ ਪਈਆਂ, ਐਂਡ ਓਬਵੀਅਸਲੀ ਆਈ ਬਿਲੋਂਗਡ ਟੂ ਅ ਵੈਰੀ ਗੁੱਡ ਫੈਮਿਲੀ, ਸੋ ਜੇ ਇਦਾਂ ਦਾ ਕੁਝ ਫੇਸ ਕਰਨਾ ਵੀ ਪੈਂਦਾ ਮੈਂ ਪਿੱਛੇ ਹਟ ਜਾਂਦੀ, ਮੈਂ ਇਦਾਂ ਦੇ ਚੀਜ਼ ਕਦੀ ਵੀ ਨਹੀਂ ਕਰਦੀ। ਮੈਂ ਹਮੇਸ਼ਾ ਰਿਸਪੈਕਟ ਔਰ ਡਿਗਨਿਟੀ ਨਾਲ ਕੰਮ ਕਰਨ ਆਈ ਸੀਗੀ ਐਂਡ ਉਦਾਂ ਹੀ ਕਰਨਾ ਸੀਗਾ, ਬਟ ਜੇ ਇਦਾਂ ਦਾ ਕੁਝ ਫੇਸ ਵੀ ਕਰਨਾ ਪੈਂਦਾ ਆਈ ਵੁਡਨਟ ਹੈਵ ਡਨ ਇਟ। ਬਟ ਜੋ ਕੁੜੀਆਂ ਕਰਦੀਆਂ ਆਈ ਡੈਫੀਨੇਟਲੀ ਥਿੰਕ ਕਿ ਉਹਨਾਂ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੋਊਗੀ, ਫੈਮਿਲੀ ਨਹੀਂ ਸਪੋਰਟ ਕਰਦੀ ਹੋਊਗੀ। ਮੇਰੇ ਪੇਰੈਂਟਸ ਨੇ ਸਪੋਰਟ ਕੀਤਾ, ਮੇਰੇ ਨਾਲ ਸ਼ੂਟਸ ਤੇ ਵੀ ਨਾਲ ਗਏ। ਮੈਂ ਅੱਜ ਤੱਕ ਜੇ 500 ਮਿਊਜ਼ਿਕ ਵੀਡੀਓਜ਼ ਕੀਤੇ ਆ, 500 ਦੇ 500 ਗਾਣਿਆਂ 'ਚ ਮੇਰੇ ਮੰਮਾ ਜਾਂ ਮੇਰਾ ਬ੍ਰਦਰ ਮੇਰੇ ਨਾਲ ਗਏ ਆ। ਮਤਲਬ ਮਜਾਲ ਹੈ ਕਿ ਇੱਕ ਵੀ ਗਾਣੇ 'ਚ ਮੇਰੇ ਨਾਲ ਕੋਈ ਫੈਮਿਲੀ ਮੈਂਬਰ ਨਾ ਗਿਆ ਹੋਵੇ। ਸੋ ਇੱਕ ਇਹ ਵੀ ਚੀਜ਼ ਹੁੰਦੀ ਹੈ ਕਈਆਂ ਦੀ ਫੈਮਿਲੀ ਨਹੀਂ ਸਪੋਰਟ ਕਰਦੀ, ਫਿਰ ਉਹ ਕੁੜੀਆਂ ਸੋਚਦੀਆਂ ਕਿ ਹੁਣ ਆਪਾਂ ਕਰੀਏ ਤਾਂ ਕਰੀਏ ਕੀ, ਫਿਰ ਉਹਨਾਂ ਨੂੰ ਲੱਗਦਾ ਕਿ ਚਲੋ ਹੁਣ ਗਏ ਤਾਂ ਹੈ ਹੀ ਆ, ਹੁਣ ਜੋ ਹੈ ਠੀਕ ਹੈ। ਆਈ ਥਿੰਕ ਇਹਦਾ ਇਹ ਵੀ ਇੱਕ ਪਹਿਲੂ ਆ। ਜਿਵੇਂ ਤੁਸੀਂ ਕਹਿ ਰਹੇ ਸੀ ਵੀ ਬੈਗਰਸ ਨੂੰ ਕਈ ਮਜਬੂਰੀ ਹੁੰਦੀ, ਕਈ ਬੈਗਰਸ ਹੈ ਜਿਵੇਂ ਜਿਹੜੇ 11 ਕਰੋੜ ਦੀ ਪ੍ਰਾਪਰਟੀਆਂ ਬਣਾਈ ਬੈਠੇ ਆ। ਦੇਖਦੇ ਹੋ ਤੁਸੀਂ ਨਿਊਜ਼, ਬੰਬੇ ਦੀ ਨਿਊਜ਼ ਆਈ ਸੀ ਕਿ ਇੱਕ ਬੈਗਰ ਦੀ ਜਦੋਂ ਤਲਾਸ਼ੀ ਲਈ ਉਹਦੀ ਪ੍ਰਾਪਰਟੀ 11-12 ਕਰੋੜ ਦੀ ਪ੍ਰਾਪਰਟੀ ਨਿਕਲੀ ਉਹਦੇ ਕੋਲ, ਬੈਗਰ ਦੀ। ਇਹ ਵੀ ਹੁੰਦਾ ਹੋਊਗਾ। ਓ ਮਾਈ ਗॉड, ਦੱਸੋ। ਅੱਛਾ ਆਕਾਂਸ਼ਾ, ਚਲੋ ਇੰਡਸਟਰੀ ਬਾਰੇ ਗੱਲ ਕਰਦੇ ਆ। ਕੁੜੀਆਂ ਨੂੰ ਹੁੰਦਾ ਕਿ ਜਦ ਆਪਾਂ ਫਿਲਮਾਂ ਕਰਨ ਲੱਗ ਗਏ ਉਸ ਤੋਂ ਬਾਅਦ ਫਿਰ ਅਸੀਂ ਫਿਲਮਾਂ ਹੀ ਕਰੀਏ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਕੁੜੀਆਂ ਨੂੰ ਇਦਾਂ ਦਾ ਹੁੰਦਾ ਕਿ ਆਪਾਂ ਫਿਲਮਾਂ ਹੀ ਕਰਨੀਆਂ ਤੇ ਫਿਲਮਾਂ ਹੀ ਜੇ ਗਾਣੇ ਕਰ ਰਹੇ ਆ, ਗਾਣੇ ਕਰਦੇ ਹੋਏ ਆਪਾਂ ਜੇ ਫਿਲਮ ਆਪਾਂ ਕਰ ਲਈ ਉਸ ਤੋਂ ਬਾਅਦ ਅਸੀਂ ਗਾਣੇ ਨਾ ਕਰੀਏ ਫਿਰ ਫਿਲਮ ਹੀ ਕਰੀਏ ਬਸ। ਮੈਨੂੰ ਬਹੁਤ ਲੋਕਾਂ ਨੇ ਇਹ ਚੀਜ਼ ਕਹੀ ਕਿ ਤੁਹਾਡਾ ਫੇਸ ਨਾ ਫਿਲਮਾਂ ਵਾਲਾ ਹੈ, ਤੁਸੀਂ ਫਿਲਮਾਂ 'ਚ ਜਾਓ, ਤੁਸੀਂ ਫਿਲਮਾਂ ਕਰੋ। ਬਟ ਇੱਕ ਬਹੁਤ ਫੇਮਸ ਕੋਟ ਆ, one in hand is better than two in the bush। ਸੋ ਜਿਹੜੀ ਚੀਜ਼ ਤੁਹਾਡੇ ਹੱਥ 'ਚ ਹੁੰਦੀ ਹੈ, ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ, ਜਿਹੜੀ ਚੀਜ਼ ਤੁਹਾਡੀ ਚੱਲ ਰਹੀ ਹੈ, ਤੁਸੀਂ ਉਸ ਫੀਲਡ ਆਲਰੇਡੀ ਸਕਸੈਸਫੁਲ ਹੈਗੇ ਹੋ, ਉਹਨੂੰ ਸਭ ਤੋਂ ਪਹਿਲਾਂ ਪਕੜ ਕੇ ਰੱਖੋ, ਰਾਦਰ ਦੈਨ ਕਿ 4 ਜਗ੍ਹਾ ਹੋਰ ਹੱਥ ਪੈਰ ਮਾਰ ਲਓ, ਉੱਥੇ ਬਣੇ ਕੁਛ ਨਾ ਤੇ ਆ ਵੀ ਗਿਆ। ਮੇਰੀ ਇਦਾਂ ਦੀ ਥਿੰਕਿੰਗ ਆ ਕਿ ਐਟਲੀਸਟ ਜਿਹੜੀ ਚੀਜ਼ ਮੇਰੇ ਹੱਥ 'ਚ ਹੈ, ਜਿਸ ਚੀਜ਼ ਨੇ ਮੈਨੂੰ ਨਾਮ ਦਿੱਤਾ, 8 ਸਾਲ 9 ਸਾਲ ਮੈਂ ਕੰਮ ਕੀਤਾ, ਰੈਗੂਲਰਲੀ ਕੀਤਾ, ਮੈਨੂੰ ਆਈਡੈਂਟੀਟੀ ਦਿੱਤੀ, ਅੱਜ ਮੇਰਾ ਜਿੰਨਾ ਵੀ ਨਾਮ ਹੈ ਆਕਾਂਸ਼ਾ ਸਰੇਨ, ਉਹ ਮੈਨੂੰ ਇਸ ਚੀਜ਼ ਨੇ ਦਿੱਤਾ। ਮੈਂ ਕਦੀ ਵੀ ਇਸ ਚੀਜ਼ ਨੂੰ ਨਹੀਂ ਛੱਡੂੰਗੀ, ਨੈਵਰ। ਜੇ ਬਾਈ ਗॉड्स ਗ੍ਰੇਸ ਕੱਲ ਨੂੰ ਮੈਨੂੰ ਫਿਲਮਾਂ ਮਿਲਣ ਵੀ ਲੱਗ ਜਾਣ, ਓਬਵੀਅਸਲੀ ਮੈਂ ਥੋੜਾ ਫਿਲਟਰ ਕਰ ਸਕਦੀ ਹਾਂ, ਥੋੜਾ ਹੋਰ ਸਿਲੈਕਟਿਵ ਕਰ ਸਕਦੀ ਹਾਂ, ਬਟ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਕਿ ਨਹੀਂ ਮੈਂ ਨਹੀਂ ਕਰਨਾ। ਮੈਂ ਰੀਸੈਂਟਲੀ 2-3 ਦਿਨ ਪਹਿਲਾਂ ਹੀ ਨਹੀਂ, ਮੈਂ ਸੱਸ ਕੁੱਟਣੀ ਸੱਸ ਦੇ ਸੈੱਟ ਤੇ ਕਿਸੇ ਤੋਂ ਗੱਲ ਸੁਣੀ, ਮੈਂ ਨਾਮ ਨਹੀਂ ਲਊਂਗੀ, ਬਹੁਤ ਫੇਮਸ ਆਰਟਿਸਟ ਹੈ, ਐਕਟਰੈਸ ਹੈ, ਉਹ ਹੁਣ ਫਿਲਮਾਂ ਹੀ ਕਰਦੇ ਆ, ਮੈਂ ਨਾਮ ਨਹੀਂ ਲਊਂਗੀ, ਬਹੁਤ ਸਾਰੀਆਂ ਨੇ, ਤੇ ਉਹਨਾਂ ਨੂੰ ਬਹੁਤ ਵਧੀਆ ਸਿੰਗਰ ਦਾ Song ਆਇਆ ਤੇ ਉਸ ਐਕਟਰੈਸ ਨੇ ਬੜੇ ਐਟੀਟਿਊਡ ਨਾਲ ਜਵਾਬ ਦਿੱਤਾ ਮੈਂ ਸੌਂਗਸ ਨਹੀਂ ਕਰਦੀ। ਅੱਛਾ। ਤੇ ਉਸ ਤੋਂ ਬਾਅਦ ਉਸ ਸਿੰਗਰ ਦੇ ਕੋਲ ਮੂਵੀ ਦਾ ਪ੍ਰੋਜੈਕਟ ਸੀਗਾ, ਉਹਨੂੰ ਪ੍ਰੋਡਿਊਸਰ ਔਰ ਡਾਇਰੈਕਟਰ ਨੇ ਪੁੱਛਿਆ ਆਪਾਂ ਉਹੀ ਐਕਟਰੈਸ ਸਾਈਨ ਕਰ ਲਈਏ? ਉਹ ਸਿੰਗਰ ਕਹਿੰਦਾ ਹੁਣ ਮੇਰੀ ਵੀ ਘਰ ਆ ਰਹੀ ਹੈ, ਇਹ ਕੁੜੀ ਨਹੀਂ ਆਊਗੀ, ਹੁਣ ਜਿਹੜੀ ਮਰਜ਼ੀ ਆਊਗੀ। ਬਿਕਾਜ਼ ਇਹ ਤਾਂ ਕੋਈ ਲੌਜਿਕ ਨਹੀਂ ਹੋਇਆ, ਚਾਹੇ ਫਿਲਮ ਆ ਭਾਵੇਂ Song ਆ, ਤੁਸੀਂ ਲੋਕਾਂ ਨੂੰ ਐਂਟਰਟੇਨ ਕਰਨਾ, ਤੁਸੀਂ ਆਪਣੀ ਆਰਟ ਦਿਖਾਣੀ ਹੈ, ਤੁਸੀਂ ਆਰਟਿਸਟ ਹੋ। ਸੋ ਪਤਾ ਨਹੀਂ, ਮੈਂ ਇਦਾਂ ਦਾ ਨਹੀਂ ਸੋਚਦੀ। ਕਈ ਕੁੜੀਆਂ ਇਸ ਚੀਜ਼ ਵੀ, ਕਈ ਜਿਹੜੀ ਫੀਮੇਲ ਲੀਡ ਕਰਦੀਆਂ ਗਾਣਿਆਂ 'ਚ, ਉਹਨਾਂ ਨੂੰ ਹੁੰਦਾ ਵੀ ਸਾਨੂੰ ਮਾਡਲ ਨਾ ਕਿਹਾ ਜਾਵੇ, ਐਕਟਰੈਸ ਕਿਹਾ ਜਾਵੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਚੀਜ਼ ਮੈਂ ਵੀ ਮੰਨਦੀ ਹਾਂ। ਜੇ ਐਕਟਰੈਸ ਨਹੀਂ, ਓਬਵੀਅਸਲੀ ਆਈ ਅੰਡਰਸਟੈਂਡ ਕਿ ਐਕਟਰੈਸ ਵਰਡ ਯੂਜ਼ ਹੁੰਦਾ ਹੈ ਜੇ ਤੁਸੀਂ ਫਿਲਮਾਂ ਚਾਹੁੰਦੇ ਹੋ, ਬਟ ਮਾਡਲ ਵਰਡ ਵੀ ਪ੍ਰੋਫੈਸ਼ਨਲੀ, ਜੇ ਟੈਕਨੀਕਲੀ ਲੌਜੀਕਲੀ ਦੇਖਿਆ ਜਾਵੇ, ਮਾਡਲ ਵਰਡ ਮੀਨਸ ਜਿਹੜੀਆਂ ਰੈਂਪ ਤੇ ਵਾਕ ਕਰਦੀਆਂ, ਜਿਹੜੀ ਜੋ ਸਾਡੀ ਇੰਡਸਟਰੀ ਹੈ ਮਿਊਜ਼ਿਕ ਇੰਡਸਟਰੀ, ਉਹਨੂੰ ਆਪਾਂ ਆਰਟਿਸਟ ਕਹਿ ਸਕਦੇ ਹਾਂ। ਮਾਡਲ ਵਰਡ ਥੋੜਾ ਜਿਹਾ ਮੈਨੂੰ ਵੀ ਵਧੀਆ ਨਹੀਂ ਲੱਗਦਾ। ਮੈਨੂੰ ਕਈ ਵਾਰੀ ਇਦਾਂ ਵੀ ਹੁੰਦਾ ਸੀਗਾ ਕਿ ਸੈੱਟ ਤੇ ਉਹ ਮਾਡਲ ਨੂੰ ਬੁਲਾ ਦੋ, ਮੈਂ ਕਹਿੰਦੀ ਸੀ ਐਕਸਕਿਊਜ਼ ਮੀ, ਨਾਮ ਲਓ ਆਕਾਂਸ਼ਾ, ਮੈਨੂੰ ਨਹੀਂ ਵਧੀਆ ਲੱਗਦਾ। ਆਈ ਆਲਸੋ ਡੋਨਟ ਲਾਈਕ ਦ ਵਰਡ ਮਾਡਲ। ਕੀ ਬਾਤ ਹੈ। ਅੱਛਾ, ਅੱਜ ਕੱਲ ਜੋ ਹੁਣ ਟ੍ਰੈਂਡ ਚੱਲ ਰਿਹਾ ਇਨਫਲੂਐਂਸਰਸ ਦਾ, ਤੇ ਮਤਲਬ ਉਹ ਤੁਸੀਂ ਐਕਚੁਅਲ ਕਹਿ ਸਕਦੇ ਹੋ ਵੀ ਤੁਸੀਂ ਆਰਟਿਸਟ ਹੋ ਜਿਵੇਂ, ਪਰ ਕਈਆਂ ਜਿਨ੍ਹਾਂ ਨੂੰ ਐਕਚੁਅਲ ਐਕਟਿੰਗ ਨਹੀਂ ਆਉਂਦੀ, ਪਰ ਉਹ ਇਹ ਦੇਖਦੇ ਆ ਵੀ ਇਹਦੇ ਇੰਸਟਾਗ੍ਰਾਮ ਤੇ ਇੰਨੇ ਫੋਲੋਅਰਸ ਆ, ਇਹਨੂੰ ਗਾਣੇ ਚਲਾਓ, ਇਹਨੂੰ ਉਸ ਚਲਾਓ, ਉਹਦੇ ਬਾਰੇ ਕੀ ਸੋਚਣਾ?
ਗਾਣੇ ਚ ਲੈਣਾ ਇੱਕ ਰੋਂਗ ਡਿਸੀਜਨ ਆ। ਜਿੱਦਾਂ ਰੀਸੈਂਟਲੀ 3-4 ਸਾਲ ਪਹਿਲਾਂ ਬਹੁਤ ਟ੍ਰੈਂਡ ਚੱਲਿਆ ਸੀ ਜਦੋਂ ਟਿਕਟੌਕ ਹੁੰਦੀ ਸੀਗੀ, ਟਿਕਟੌਕ ਤੇ 1 ਮਿਲੀਅਨ ਫਾਲੋਅਰਸ ਆ, ਚਲੋ ਜੀ ਲੈ ਆਓ, ਸੈੱਟ ਤੇ ਲੈ ਆਂਦੇ ਸੀਗੇ। ਮੈਨੂੰ ਲਿਟਰਲੀ ਡੀਓਪੀਜ਼ ਨੇ ਐਂਡ ਡਾਇਰੈਕਟਰਸ ਨੇ ਇਨਸੀਡੈਂਟਸ ਦੱਸਿਆ ਕਿ ਆਪਾਂ ਨਾ ਸਿੰਗਰ ਨੇ ਸਾਨੂੰ ਕਹਿਤਾ ਕਿ ਫਲਾਨੀ ਕੁੜੀ ਦੇ ਟਿਕਟੌਕ ਤੇ ਮਿਲੀਅਨ ਫਾਲੋਅਰਸ ਆ, ਤੁਸੀਂ ਆਪਾਂ ਉਹਨੂੰ ਬੁਲਾਣਾ। ਬੰਬੇ ਤੋਂ ਸਪੈਸ਼ਲੀ ਬੁਲਾਇਆ, ਟਿਕਟਸ ਵੀ ਦਿੱਤੀਆਂ, ਅਕੋਮੋਡੇਸ਼ਨ ਵੀ ਦਿੱਤੀ, ਐਂਡ ਜਿੰਨੀ ਫੀਸ, ਉਹ ਕਿਉਂਕਿ ਉਹ ਕੁੜੀਆਂ ਵੀ ਉਦੋਂ ਹਾਈਪ ਚ ਹੁੰਦੀਆਂ ਸੀਗੀਆਂ ਕਿ ਸਾਡੇ ਮਿਲੀਅਨ ਫਾਲੋਅਰਸ ਹੈ, ਜੋ ਬਜਟ ਉਹਨਾਂ ਨੇ ਕਿਹਾ ਸਭ ਕੁਝ ਦਿੱਤਾ। ਬਾਅਦ ਚੋਂ ਜਦੋਂ ਸੈੱਟ ਤੇ ਆਈਆਂ, ਸੈੱਟ ਤੇ ਆ ਕੇ ਜਦੋਂ ਐਕਟ ਕਰਨ ਦੀ, ਜਦੋਂ ਐਕਸ਼ਨ ਕਹਿੰਦੇ ਆ, ਐਕਟ ਨਾ ਹੋਵੇ, ਫਸ ਗਏ। ਹੁਣ ਕੀ ਕਰੀਏ? ਪੂਰੇ ਆਬਵੀਅਸਲੀ 뮤직 ਵੀਡੀਓ ਦਾ ਵੀ ਇੱਕ ਪਾਰਟਿਕੂਲਰ ਬਜਟ ਹੁੰਦਾ, ਇੱਕ ਦਿਨ ਦਾ ਸ਼ੂਟ ਹੁੰਦਾ, ਜਿਹੜੇ ਡੇ ਦੇ ਸ਼ਾਟਸ ਆ ਉਹ ਡੇ ਦੇ ਸ਼ਾਟਸ ਨੇ, ਉਹ ਤੁਸੀਂ ਨਾਈਟਸ ਤੱਕ ਕਰ ਨਹੀਂ ਸਕਦੇ, ਸਟੋਰੀ ਖਰਾਬ ਹੋ ਜੂਗੀ। ਫਿਰ ਉੱਥੇ ਫਸ ਜਾਂਦੇ ਆ ਕਿ ਕੁੜੀ ਤੋਂ ਤਾਂ ਐਕਟ ਹੀ ਨਹੀਂ ਹੋ ਰਿਹਾ ਸੀ, ਆਪਾਂ ਬੁਲਾ ਤਾਂ ਲਈ ਬੰਬੇ ਤੋਂ ਟਿਕਟੌਕ ਤੇ 1 ਮਿਲੀਅਨ ਫਾਲੋਅਰਸ ਨੇ। ਬਟ ਕਹਿਣ ਦਾ ਮਤਲਬ ਇਹ ਹੈ ਕਿ ਆਰਟਿਸਟ ਹਮੇਸ਼ਾ ਆਰਟਿਸਟ ਹੀ ਹੁੰਦਾ। ਜਦੋਂ ਤੱਕ ਉਹ ਆਰਟਿਸਟ ਨਹੀਂ ਹੈ, ਤੁਸੀਂ ਫਾਲੋਅਰਸ ਦੇ ਬੇਸ ਤੇ ਤੁਸੀਂ ਇੱਦਾਂ ਕਰ ਸਕਦੇ ਹੋ ਉਹਨਾਂ ਨੂੰ ਆਪਣਾ ਕੋਈ ਪ੍ਰੋਡਕਟ ਭੇਜਦਾ ਕਿ ਤੁਸੀਂ ਐਡ ਕਰ ਦਿਓ, ਇਹ ਉਹ ਤੁਸੀਂ ਉਹਨੂੰ ਉੱਥੇ ਤੱਕ ਹੀ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਸੋਚੋ ਕਿ ਇੱਕ ਡਾਕਟਰ ਇੱਕ ਐਕਟਰ ਦਾ ਕੰਮ ਕਰ ਦੇਵੇ ਜਾਂ ਐਕਟਰ ਕਿਸੇ ਲਾਇਰ ਦਾ ਕੰਮ ਕਰ ਦੇਵੇ, ਨੋ, ਹਰ ਬੰਦੇ ਦਾ ਆਪਣਾ ਪ੍ਰੋਫੈਸ਼ਨਲਿਜ਼ਮ ਹੁੰਦਾ। ਇਨਫਲੂਐਂਸਰਸ ਕਰਕੇ ਜਿਹੜੀ ਫੀਮੇਲ ਲੀਡ ਸੀ ਉਹਨਾਂ ਦੀ ਵੀ ਕੀ ਲੱਗਦਾ ਵੀ ਕੰਮ ਖਰਾਬ ਹੋਇਆ ਸੀ, ਉਹਨਾਂ ਨੂੰ ਕੰਮ ਮਿਲਣਾ ਘਟਿਆ ਸੀ? ਜਿਹੜੀਆਂ ਇੱਥੇ ਵਾਲੀਆਂ ਸੀਗੀਆਂ, ਹਾਂਜੀ ਹੋਇਆ ਸੀ, ਥੋੜੇ ਟਾਈਮ ਲਈ ਬਹੁਤ ਹੋਇਆ ਸੀ। ਐਂਡ ਸਾਨੂੰ ਜੈਨੂਇਨਲੀ ਬਹੁਤ ਫੀਲ ਵੀ ਹੁੰਦਾ ਸੀਗਾ ਕਿ ਆਪਾਂ ਇੰਨੇ ਟਾਈਮ ਤੋਂ ਇੱਥੇ ਕੰਮ ਕਰ ਰਹੇ ਹਾਂ, ਆਪਾਂ ਮਤਲਬ ਬੇਵਕੂਫ ਆ। ਜਦੋਂ ਆਪਾਂ ਜੇ ਬਜਟ ਇੰਨਾ ਆ ਤੇ ਆਪਾਂ ਥੋੜਾ ਜਿਹਾ ਹਾਈਕ ਕਰ ਦਿੰਨੇ ਆ ਜਾਂ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਤਾਂ ਤੁਸੀਂ ਬੜੇ ਮੂੰਹ ਬਣਾਉਂਦੇ ਹੋ। ਉੱਥੇ ਦੀਆਂ ਕੁੜੀਆਂ ਜਿਨ੍ਹਾਂ ਨੂੰ ਆਂਦਾ ਕੁਝ ਨਹੀਂ, ਸੈੱਟ ਤੇ ਆ ਕੇ ਐਕਟ ਵੀ ਨਹੀਂ ਹੁੰਦਾ, ਉਹਨਾਂ ਨੂੰ ਤੁਸੀਂ ਜੋ ਕਹਿ ਰਹੀਆਂ ਨੇ ਜਸਟ ਬਿਕੋਜ਼ ਆਫ ਫਾਲੋਅਰਸ। ਸੋ ਆਬਵੀਅਸਲੀ ਉਹ ਚੀਜ਼ ਪਿੰਚ ਹੁੰਦੀ ਸੀਗੀ ਐਂਡ ਫੀਲ ਹੁੰਦੀ ਸੀਗੀ। ਅੱਛਾ, ਕੋਈ ਕਦੀ ਏਦਾਂ ਕੋਈ ਪ੍ਰੋਜੈਕਟ ਹੋਇਆ ਵੀ ਮਿਲ ਰਿਹਾ ਹੋਵੇ ਪਰ ਉਹਨੂੰ ਲੱਗਿਆ ਵੀ ਨਹੀਂ ਯਾਰ ਇਹ ਕੁੜੀ ਤਾਂ ਗੈਪ ਬਣਾ ਕੇ ਰੱਖਦੀ ਹੈ, ਇਹਨੂੰ ਪ੍ਰੋਜੈਕਟ ਨਹੀਂ ਦੇਣਾ? ਕਦੀ ਏਦਾਂ ਦੀ ਪ੍ਰੋਬਲਮ ਫੇਸ ਕੀਤੀ? ਮਤਲਬ ਗੈਪ ਇਨ ਵਾਟ? ਮਤਲਬ ਵੀ ਜਿਵੇਂ ਆਪਾਂ ਕਾਸਟਿੰਗ ਆਊਟ ਦੀ ਗੱਲ ਕਰ ਰਹੇ ਸੀਗੇ ਵੀ ਇਹ ਕੁੜੀ ਰਿਜ਼ਰਵ ਰਹਿੰਦੀ ਹੈ, ਵੀ ਨਹੀਂ ਜ਼ਿਆਦਾ ਖੁੱਲਦੀ, ਉਦਾਂ ਕਦੀ ਲੱਗਿਆ ਵੀ ਕੋਈ ਪ੍ਰੋਜੈਕਟ ਦੂਰ ਹੋਇਆ ਹੋਵੇ? ਨਾ, ਮੇਰੇ ਨਾਲ ਨਹੀਂ ਏਦਾਂ ਹੋਇਆ। ਨਾ, ਮੇਰੇ ਤਾਂ ਫੈਮਿਲੀ ਮੈਂਬਰ ਵੀ ਨਾਲ ਜਾਂਦੇ ਸੀਗੇ, ਸਾਰਿਆਂ ਨੇ ਹਮੇਸ਼ਾ ਰਿਸਪੈਕਟ ਕੀਤੀ ਕਿ ਹਾਂ ਉਹਦੀ ਫੈਮਿਲੀ ਚ ਕੋਈ ਨਾ ਕੋਈ ਕਦੇ ਮਦਰ ਜਾਂ ਬ੍ਰਦਰ ਨਾਲ ਜਾਂਦੇ ਆ। ਬਟ ਮੈਨੂੰ ਇਹ ਲੱਗਦਾ ਕਿ ਜੇ ਇੱਕ ਆਰਟਿਸਟ ਆਪਣਾ ਕੰਮ ਜਾਣਦਾ ਆ, ਜੇ ਉਹਨੂੰ ਐਕਸ਼ਨ ਔਰ ਕੱਟ ਦੇ ਵਿੱਚ ਆਪਣਾ ਕੰਮ ਬਖੂਬੀ ਕਰਨਾ ਆਉਂਦਾ ਹੈ, ਡਸਨਟ ਮੈਟਰ ਤੁਸੀਂ ਇਕੱਲੇ ਜਾ ਰਹੇ ਹੋ, ਤੁਹਾਡੇ ਨਾਲ ਚਾਹੇ 10 ਬੰਦੇ ਜਾ ਰਹੇ, ਜੇ ਰਿਕੁਆਇਰਡ ਕਿ ਉਹਨਾਂ ਨੂੰ ਕੰਮ ਤੋਂ ਮਤਲਬ ਹੋਵੇ। ਜਿਨ੍ਹਾਂ ਨੂੰ ਮਤਲਬ ਹੀ ਕੋਈ ਹੋਰ ਆ, ਫਿਰ ਉਹਨਾਂ ਨੇ ਤਾਂ ਸੋਚਣਾ ਹੀ ਨਹੀਂ, ਉਹਨਾਂ ਨੇ ਤਾਂ ਫਿਰ ਜੋ ਮਰਜ਼ੀ। ਬਟ ਜਿਨ੍ਹਾਂ ਨੂੰ ਇਹ ਹੀ ਮਤਲਬ ਆ ਕਿ ਆਪਾਂ ਆਪਣਾ ਸੌਂਗ ਵਧੀਆ ਚਲਾਣਾ ਹੈ, ਆਪਾਂ ਆਪਣੇ ਸੌਂਗ 'ਚ ਐਕਟ ਵਧੀਆ ਕਰਾਣਾ ਆ, ਕਿ ਸਾਨੂੰ ਕੰਮ ਦੇ ਨਾਲ ਹੀ ਮਤਲਬ ਹੈ, ਉਹਨਾਂ ਨੂੰ ਆਈ ਡੋਂਟ ਥਿੰਕ ਇਸ ਚੀਜ਼ ਤੋਂ ਕੋਈ ਫਰਕ ਪੈਂਦਾ। ਕੀ ਬਾਤ। ਅੱਛਾ, ਕਦੀ ਗਾਣਿਆਂ ਦੇ ਕੈਰੀਅਰ 'ਚ ਕਦੀ ਡਾਊਨਫਾਲ ਹੋਇਆ, ਲੱਗਿਆ ਕਿ ਯਾਰ ਮੇਰੇ ਕੋ ਕੰਮ ਨਹੀਂ ਆ ਰਿਹਾ, ਮੇਰੇ ਕੋ ਪ੍ਰੋਜੈਕਟ ਨਹੀਂ ਹੈ, ਹਲੇ ਮੈਨੂੰ ਹੋਰ ਪ੍ਰੋਜੈਕਟ ਚਾਹੀਦੇ ਆ, ਕਦੀ ਏਦਾਂ ਦਾ ਆਇਆ ਲਾਈਫ 'ਚ ਮੂਵਮੈਂਟ ਕੋਈ? ਨਹੀਂ, ਜਦੋਂ ਕਰੋਨਾ ਵਾਲਾ ਟਾਈਮ ਆਇਆ ਸੀਗਾ ਉਹ ਤਾਂ ਫਿਰ ਸਾਰਿਆਂ ਲਈ ਕਾਮਨ ਸੀਗਾ। ਉਦੋਂ ਲੱਗਦਾ ਸੀਗਾ ਕਿ ਯਾਰ ਆ ਕੀ ਹੋ ਗਿਆ, ਆਪਾਂ ਹੁਣ ਘਰ ਬੈਠੇ ਆ। ਮਤਲਬ ਆਬਵੀਅਸਲੀ ਜਦੋਂ ਤੁਸੀਂ ਇੰਨੇ ਸਾਲਾਂ ਤੋਂ 6-7 ਸਾਲਾਂ ਤੋਂ ਕੰਮ ਕਰ ਰਹੇ ਹੋ, ਫਿਰ ਉਸ ਤੋਂ ਬਾਅਦ ਇੱਕੋ ਦਮ ਤੁਹਾਨੂੰ ਘਰ ਬਹਿਣਾ ਪੈ ਜਾਵੇ, ਲਾਈਕ ਫਿਰ ਉਦੋਂ ਥੋੜਾ ਜਿਹਾ ਲੱਗਾ ਸੀਗਾ ਕਿ ਯਾਰ ਆ ਕੀ ਨਵਾਂ ਹੀ ਪੰਗਾ ਕਰੋਨਾ, ਉਦੋਂ ਫੀਲ ਹੋਇਆ ਸੀਗਾ। ਬਟ ਅਦਰਵਾਈਜ਼ ਜਦੋਂ ਨਾਰਮਲ ਕੰਮ ਹੁੰਦਾ ਉਦੋਂ ਕਦੀ ਵੀ ਇਦਾਂ ਨਹੀਂ ਹੋਇਆ। ਇਨਫੈਕਟ ਕਦੀ ਇਦਾਂ ਹੁੰਦਾ ਸੀਗਾ ਕਿ मेकअप आर्टिस्ट हो गए या कोई और DOPs हो गए, वो मैनू आके कहते हैं मैम हम ना पिछले 15-20 दिनों से काम नहीं कर रहे, आप कर रहे हो? मैं कहा हाँ मैं तो कर रही हूँ। मैम अपना जूठा पानी पिला दो हमें। मैं कहा पी लो। क्या बात है। अच्छा, फिल्मां ਦੀ ਜੇ ਗੱਲ ਕਰੀਏ ਹੁਣ, ਫਿਲਮਾਂ 'ਚ ਕਿਹੜੇ ਕਰੈਕਟਰ ਕਰਨਾ ਚਾਹੋਗੇ? ਫਿਲਮਾਂ ਅੱਗੇ ਆਉਣੀਆਂ, ਕੀ ਪਸੰਦ ਹੋਊਗਾ ਵੀ ਇਹੋ ਜਿਹੇ ਰੋਲ ਕਰਾਂ ਮੈਂ? ਜਿੱਦਾਂ ਦਾ ਰੋਲ ਹੁਣ ਮੈਂ ਸੱਸ ਕੁੱਟਣੀ 'ਚ ਕੀਤਾ, ਓਕੇ, ਟੋਟਲ ਪਰਫਾਰਮੈਂਸ ਓਰੀਐਂਟਡ ਰੋਲ। ਮੈਂ ਬਾਜਰੇ ਦਾ ਸਿੱਟਾ 'ਚ ਕੀਤਾ ਸੀਗਾ ਰੋਲ, ਉਹ ਥੋੜਾ ਸ਼ਾਰਟ ਸੀਗਾ ਬਟ ਲੋਕਾਂ ਨੇ ਬਹੁਤ ਪਸੰਦ ਕੀਤਾ। ਲੋਕਾਂ ਨੇ ਮੈਨੂੰ ਇਹੀ ਕਿਹਾ ਕਿ ਚਾਹੇ 5 ਮਿੰਟ ਲਈ ਤੂੰ ਸਕਰੀਨ ਤੇ ਸੀਗੀ ਬਟ ਮਜ਼ਾ ਹੀ ਆ ਗਿਆ ਸੀਗਾ, ਲਾਈਕ ਰੋ ਪਏ ਸੀ ਆਪਾਂ ਏਦਾਂ। ਸੋ ਆਈ ਵਾਂਟ ਕਿ ਮੈਂ ਏਦਾਂ ਦਾ ਹੀ ਕੰਮ ਕਰਾਂ which should be performance oriented
ਐਂਡ ਉਹਦੇ 'ਚ ਕੁਝ ਦਿਖਾਉਣ ਨੂੰ ਹੋਵੇ ਮੇਰੇ ਕੋਲ ਕਿ ਮੈਂ ਆਪਣਾ ਐਕਟ ਦਿਖਾ ਸਕਾਂ, ਇੱਦਾਂ ਦਾ ਹੀ ਕੰਮ ਕਰਾਂ। ਮਤਲਬ ਮੈਂ ਡਮੀ ਬਣ ਕੇ ਖੜ ਜਾਵਾਂ, ਬਾਲ ਇੱਦਾਂ ਘੁਮਾ ਲਏ ਉੱਦਾਂ ਘੁਮਾ ਲਏ, ਉਹ ਤਾਂ ਚੱਲਦਾ ਹੀ ਰਹਿੰਦਾ, ਉਹ ਤਾਂ ਬਹੁਤ ਕਰ ਲਿਆ, 500 ਗਾਣੇ ਕਰ ਲਏ ਹੁਣ। ਸੋ ਉਸ ਚੀਜ਼ ਦੀ ਉਹ ਇੱਕ ਹੁੰਦੀ ਹੈ ਨਾ ਭੁੱਖ ਹੁੰਦੀ ਹੈ ਕਿ ਹਾਂ ਗਲੈਮਰਸ ਦਿਖਣਾ ਹੈ ਇਹ ਉਹ, ਐਂਡ ਇੱਦਾਂ ਮਟਕ ਕੇ ਚੱਲਣਾ ਹੈ, ਬਾਲ ਇੱਦਾਂ, ਉਹ ਸਭ ਹੁਣ ਇਟਸ ਡਨ, ਬਹੁਤ ਹੋ ਗਿਆ। ਹੁਣ ਇੱਦਾਂ ਚਾਹੇ ਮੈਨੂੰ ਬਿਨਾਂ ਮੇਕਅਪ ਤੋਂ, ਚਾਹੇ ਮਤਲਬ ਬੈਗਰ ਦਾ ਰੋਲ ਦੇ ਦਿਓ ਮੈਨੂੰ, ਬਟ ਜੇ ਉਹਦੇ 'ਚ ਪਰਫਾਰਮੈਂਸ ਹੈ, ਜੇ ਉਹਦੇ 'ਚ ਇੱਦਾਂ ਦਾ ਕੰਮ ਹੈ ਕਿ ਆਡੀਅנס ਦੇਖ ਕੇ ਕਹੋ ਯਾਰ ਵਾਹ ਕਿਆ ਬਾਕਮਾਲ ਕੰਮ ਕੀਤਾ, ਮੈਂ ਉਹ ਕੰਮ ਕਰਨਾ। ਆਕਾਂਸ਼ਾ ਸਰੀਨ ਦਾ ਕਿਹੜਾ ਸੀਗਾ ਇੰਡਸਟਰੀ 'ਚ ਮੂਵਮੈਂਟ ਜਦੋਂ ਉਹਨਾਂ ਨੂੰ ਲੱਗਿਆ ਸੀਗਾ ਵੀ ਉਹ ਟੌਪ ਤੇ ਆ ਇਸ ਟਾਈਮ? ਇੱਦਾਂ ਦਾ ਬਹੁਤ ਟਾਈਮ ਪੀਰੀਅਡ ਰਿਹਾ ਸੀਗਾ, ਅਰਾਊਂਡ 4 to 5 years ਇਹ ਪੀਰੀਅਡ ਰਿਹਾ ਸੀਗਾ, ਜਦੋਂ ਮੈਨੂੰ ਲੋਕੀ ਕਹਿੰਦੇ ਸੀ ਯਾਰ ਆਪ ਇੱਕ ਦਿਨ ਤੋਂ ਘਰ ਬੈਠ ਜਾਇਆ ਕਰੋ ਮਤਲਬ ਤਾਂ, ਬਟ ਇਨਫੈਕਟ ਇੱਦਾਂ ਹੁੰਦਾ ਨਹੀਂ ਸੀਗਾ। ਮੈਂ 30 ਦਿਨਾਂ 'ਚੋਂ ਲਾ ਲਓ 15 ਦਿਨ ਕੰਮ ਕਰਦੀ ਸੀ, 12-13 ਦਿਨ ਕਰ ਲਿਆ 15, ਬਟ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਐਂ ਲੱਗਦਾ ਸੀ ਕਿ आकांक्षा मैडम ना 30 दिन शूट पे होती है, किसी के पास काम कम है ना उनका जूठा खा लो मतलब वो पीरियड रहा सीगा for good for 3 to 4 years proper रहा सीगा, ਜਦੋਂ ਆਪਾਂ top 5 ਚ ਰੂਲ ਕੀਤਾ ਸੀਗਾ। ਹੋਰ ਵੀ ਕੁੜੀਆਂ ਸੀਗੀਆਂ ਨਾਲ ਜੋ ਉਸ ਟਾਈਮ ਤੇ ਬਹੁਤ ਵਧੀਆ, ਮਤਲਬ ਆਪਾਂ 3-4 ਕੁੜੀਆਂ ਸੀਗੀਆਂ ਜੋ ਉਸ ਟਾਈਮ ਤੇ ਰੂਲ ਕਰ ਰਹੀਆਂ ਸੀਗੀਆਂ, ਐਂਡ ਸਾਰੇ ਪ੍ਰੋਜੈਕਟਸ ਆਪਾਂ ਹੀ ਕਰਦੇ ਸੀਗੇ। ਸੋ ਉਹ ਟਾਈਮ ਸੀਗਾ, ਉਹ ਹਰ ਇੱਕ ਦਾ ਟਾਈਮ ਆਂਦਾ, ਐਂਡ ਉਹ ਟਾਈਮ ਆਂਦਾ ਹੈ ਔਰ ਉਹ ਟਾਈਮ ਚਲਾ ਵੀ ਜਾਂਦਾ ਹੈ। ਇਸ ਚੀਜ਼ ਨੂੰ ਵੀ ਐਕਸੈਪਟ ਕਰਨਾ ਪੈਂਦਾ ਹੈ ਕਿ ਉਹ ਟਾਈਮ ਆਊਗਾ ਵੀ, ਐਂਡ ਉਹ ਟਾਈਮ ਕਦੀ ਨਾ ਕਦੀ ਚਲਾ ਵੀ ਜਾਊਗਾ। ਫਿਰ ਉਹਨੂੰ ਐਕਸੈਪਟ ਕਰਕੇ ਉਹਦੇ ਅਕੋਰਡਿੰਗ ਮੂਵ ਕਰਨਾ ਉਹੀ ਸਮਝਦਾਰੀ ਹੁੰਦੀ ਹੈ, ਜਿੱਦਾਂ ਹੁਣ ਨੀਰੂ ਬਾਜਵਾ ਵੀ ਕਰ ਰਹੀ ਹੈ। ਉਹ ਇੱਕ ਟਾਈਮ ਤੇ ਸ਼ੀ ਹੈਜ਼ ਬੀਨ ਰੂਲਿੰਗ ਦੀ ਇੰਡਸਟਰੀ, ਉਹ ਕੁਈਨ ਆ ਇੰਡਸਟਰੀ ਦੀ। ਹੁਣ ਰੀਸੈਂਟਲੀ ਤੁਸੀਂ ਮੂਵੀ ਦੇਖੋ ਚੱਲ ਜਾਂਦੀ ਹੈ, ਉਹਨਾਂ ਦਾ ਉਹਦੇ 'ਚ ਬਹੁਤ ਘੱਟ ਕੰਮ ਹੈ, ਬਹੁਤ ਘੱਟ ਸਕਰੀਨ ਵੀ ਦਿੱਤੀ ਹੈ ਉਹਨਾਂ ਨੂੰ। ਗੁਰਪ੍ਰੀਤ ਘੁੱਗੀ ਉਹਨਾਂ ਤੋਂ ਬਹੁਤ 4 ਗੁਣਾ ਜ਼ਿਆਦਾ ਸਕਰੀਨ ਉਹਨਾਂ ਦੀ ਹੈ, ਕੁਲਵਿੰਦਰ ਬਿੱਲਾ ਦੀ ਹੈ। ਤੇ ਮਤਲਬ ਕਹਿਣ ਦਾ ਮਤਲਬ ਆ ਕਿ ਨੀਰੂ ਬਾਜਵਾ ਹੈਜ਼ ਐਕਸੈਪਟਡ ਕਿ ਹੁਣ ਮੈਂ ਬਹੁਤ ਵਧੀਆ ਕੰਮ ਕਰ ਲਿਆ, ਐਂਡ ਮੈਂ ਜੋ ਹੈਗੀ ਆ ਉਹ ਮੈਂ ਹੀ ਰਹੂੰਗੀ, ਨੋਬਡੀ ਉਹਨਾਂ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ। ਬਟ ਉਹ ਸਮਝਦਾਰੀ ਦਿਖਾ ਰਿਹਾ ਕਿ ਹੁਣ ਉਹ ਕੈਰੈਕਟਰਸ ਤੇ ਫੋਕਸ ਕਰ ਰਿਹਾ ਕਿ ਮੈਨੂੰ ਇਸ ਫਿਲਮ 'ਚ ਇਹ ਕੈਰੈਕਟਰ ਮਿਲਿਆ ਨਿਭਾਉਣ ਲਈ, ਮੈਂ ਇਹਨੂੰ ਨਿਭਾਉਣਾ ਹੈ ਐਂਡ ਮੈਂ ਆਪਣਾ ਐਕਟ ਕਰਨਾ ਹੈ। ਮਤਲਬ ਸ਼ੀ ਹੈਜ਼ ਲੈਫਟ ਉਹ ਚੀਜ਼ ਕਿ ਮੈਂ ਬਸ ਗਲੈਮਰਸ ਹੀ ਦਿਖਣਾ ਹੈ। ਚੱਲ ਜਿੰਦੀ 'ਚ ਉਹਨਾਂ ਨੇ ਇੱਕ ਡਾਟ ਵੀ ਮੇਕਅਪ ਨਹੀਂ ਲਾਈ ਹੋਈ, ਉਹ ਆਪਣੇ ਕੈਰੈਕਟਰ ਨੂੰ ਨਿਭਾ ਰਿਹਾ। ਸੋ ਆਈ ਥਿੰਕ ਉਹੀ ਸਮਝਦਾਰੀ ਹੁੰਦੀ ਹੈ ਕਿ ਜਿੱਦਾਂ ਦਾ ਟਾਈਮ ਹੋਵੇ, ਜਿੱਦਾਂ ਦੀ ਸਿਚੁਏਸ਼ਨ ਹੋਵੇ, ਉਹਦੇ ਹਿਸਾਬ ਨਾਲ ਢਲ ਜਾਓ ਐਂਡ ਕੰਮ ਕਰਦੇ ਰਹੋ। ਐਟਲੀਸਟ ਤੁਸੀਂ ਸਕਰੀਨ ਤੇ ਤਾਂ ਹੈਗੇ ਹੋ ਨਾ। ਬਿਲਕੁਲ, ਜਿਵੇਂ ਉਹਨਾਂ ਦੀ ਕਲੀ ਜੋਟਾ ਸੀ, ਉਸ ਤੋਂ ਉਹਨੇ ਪਰਫਾਰਮੈਂਸ ਕੀਤੀ ਉਹਨਾਂ ਨੇ, ਮਤਲਬ ਬਿਲਕੁਲ ਉਹ ਕਿੱਦਾਂ ਦਾ ਗੈਟਅਪ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਲੋਕੀ ਕੀ ਸੋਚੂਗੇ, ਨੀਰੂ ਬਾਜਵਾ ਪਾਗਲਾ ਵਾਲੇ ਕੈਰੈਕਟਰ ਕਰ ਰਹੀ ਹੈ। ਨਹੀਂ, ਬਟ ਆਰਟਿਸਟ ਹੈ। ਚਾਹੇ ਜੇ ਤੁਹਾਨੂੰ ਪਾਗਲ ਦਿਖਾ ਰਿਹਾ ਤਾਂ ਵੀ ਤੁਸੀਂ ਆਰਟਿਸਟ ਹੋ, ਜੇ ਤੁਹਾਨੂੰ ਭਿਖਾਰੀ ਦਿਖਾ ਰਿਹਾ ਤਾਂ ਵੀ ਤੁਸੀਂ ਆਰਟਿਸਟ ਹੋ, ਜੇ ਤੁਹਾਨੂੰ ਬਹੁਤ ਸੋਹਣੀ ਕੁੜੀ ਦਿਖਾ ਰਿਹਾ ਤਾਂ ਵੀ ਤੁਸੀਂ ਆਰਟਿਸਟ ਹੋ। ਆਰਟਿਸਟ ਇਜ਼ ਆਰਟਿਸਟ। ਵਿਆਹ ਤੋਂ ਬਾਅਦ ਕੰਮ 'ਚ ਕੋਈ ਫਰਕ ਪਿਆ ਫੈਨ ਫੋਲੋਇੰਗ 'ਚ? ਜਿਵੇਂ ਅਕਸਰ ਸੁਣਿਆ ਜਾਂਦਾ ਵੀ ਵਿਆਹ ਨੂੰ ਲੋਕ ਛੁਪਾਉਂਦੇ ਆ ਵੀ ਮੈਂ ਵਿਆਹ ਹੋ ਗਿਆ। ਅੱਜ ਹਲੇ ਵੀ ਪੰਜਾਬੀ ਇੰਡਸਟਰੀ 'ਚ ਬਹੁਤ ਇਹੋ ਜਿਹੇ ਆਰਟਿਸਟ ਆ, ਤੁਹਾਨੂੰ ਵੀ ਪਤਾ ਹੋਣਗੇ, ਮੈਨੂੰ ਵੀ ਪਤਾ ਹੋਣਗੇ ਵੀ ਜਿਹੜੇ ਵਿਆਹੇ ਹੋਏ ਆ, ਜਵਾਕ ਵੀ ਆ, 2 ਬੱਚੇ ਵੀ ਹੈ, ਬਟ ਉਹ ਇਦਾਂ ਦਿਖਾਉਂਦੇ ਆਪਾਂ ਛੜੇ ਆ। ਹਾਂਜੀ, ਤੇ ਉਹਦਾ ਫਰਕ ਪੈਂਦਾ ਕੋਈ? ਨਹੀਂ, ਬਿਲਕੁਲ ਫਰਕ ਨਹੀਂ ਪੈਂਦਾ। ਜੇ ਤੁਸੀਂ ਆਪਣਾ ਕੰਮ ਕਰ ਰਹੇ ਹੋ, ਆਈ ਥਿੰਕ ਵਿਆਹ ਤੋਂ ਬਾਅਦ ਉਹ ਬੰਦੇ ਆਊਟ ਹੁੰਦੇ ਆ ਸਕਰੀਨ ਤੋਂ ਜਿਹੜੇ ਆਪ ਹੀ ਆਪਣੀ ਮਰਜ਼ੀ ਨਾਲ ਬ੍ਰੇਕ ਲੈ ਲੈਂਦੇ ਆ। ਇੰਡਸਟਰੀ ਕਦੇ ਵੀ ਕੰਮ ਦੇਣਾ ਬੰਦ ਨਹੀਂ ਕਰਦੀ। ਹਾਂ, ਥੋੜੇ ਟਾਈਮ ਲਈ ਇੰਡਸਟਰੀ ਤੁਹਾਨੂੰ ਟਾਈਮ ਦਿੰਦੀ ਹੈ, ਜਦੋਂ ਤੁਸੀਂ ਫਰੈਸ਼ ਪੋਸਟਸ ਪਾਉਂਦੇ ਹੋ ਨਾ ਆਪਣੇ ਪਾਰਟਨਰ ਨਾਲ, ਮੇਰਾ ਵਿਆਹ ਹੋਇਆ, ਆਪਾਂ ਹੁਣ ਹਨੀਮੂਨ ਤੇ ਜਾ ਰਹੇ ਹਾਂ, ਉਦੋਂ ਇੰਡਸਟਰੀ ਵੀ ਤੁਹਾਨੂੰ ਟਾਈਮ ਦਿੰਦੀ ਹੈ ਕਿ ਹਾਂ ਇਹਦਾ ਹਲੇ ਵਿਆਹ ਹੋਇਆ, ਇਹਨੂੰ 2-4 ਮਹੀਨੇ ਟਾਈਮ ਦਿਓ, ਇਹਨੂੰ ਰੈਸਟ ਦਿਓ। ਬਟ ਉਸ ਤੋਂ ਬਾਅਦ ਆਪਣੇ ਆਪ ਕਾਲਸ ਆਣੇ ਸ਼ੁਰੂ ਹੋ ਜਾਂਦੇ ਆ। ਉਸ ਤੋਂ ਬਾਅਦ ਸਾਰੇ ਆਪੀ ਪੁੱਛ ਲੈਂਦੇ ਆ ਕਿ ਹਾਂਜੀ ਮੈਡਮ ਤੁਸੀਂ ਕੰਮ ਕਰ ਰਹੇ ਹੋ, ਇੱਕ ਵਾਰ ਤੁਸੀਂ ਦੱਸ ਦਿਓ, ਜੇ ਤਾਂ ਤੁਸੀਂ ਕਰ ਰਹੇ ਹੋ ਫਿਰ ਤਾਂ ਸਾਡੇ ਕੋਲ ਪ੍ਰੋਜੈਕਟ ਹੈਗਾ, ਜੇ ਤੁਸੀਂ ਨਹੀਂ ਕਰ ਰਹੇ ਫਿਰ ਤਾਂ ਚਲੋ ਕੀ ਕਰ ਸਕਦੇ ਆ। ਸੋ ਉਹ ਤੁਹਾਨੂੰ ਪੁੱਛਦੇ ਆ, ਦੈਨ ਇਟ ਇਜ਼ ਯੋਰ ਵਿਸ਼ ਕਿ ਤੁਸੀਂ ਕੰਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਬਿਲਕੁਲ। ਕੋਈ ਇਹੋ ਜਿਹਾ ਪ੍ਰੋਜੈਕਟ ਹੁਣ ਤੱਕ ਜਿਹੜਾ ਕਰ ਲਿਆ ਹੋਵੇ ਪਰ ਅੱਜ ਵੀ ਹੁੰਦਾ ਹੋਵੇ ਮੈਂ ਕਿਉਂ ਕਰਿਆ ਸੀ, ਕੋਈ ਗਾਣਾ ਇਹੋ ਜਿਹਾ? ਹੁੰਦੇ ਆ, ਬਿਕਾਜ਼ ਆਪਾਂ ਓਨੈਸਟਲੀ ਜੇ ਆਪਾਂ 6 ਮਹੀਨੇ ਸਾਲ ਬੈਠ ਕੇ ਇਹੀ ਵੇਟ ਕਰਾਂਗੇ, ਜਿੱਦਾਂ ਮੈਂ ਪਹਿਲੇ ਸ਼ੁਰੂਆਤ ਕੀਤੀ ਸੀਗੀ ਹੈਪੀ ਰਾਏ ਕੋਟੀ ਦੇ ਨਾਲ ਕੀਤਾ, ਫਿਰ ਰੋਸ਼ਨ ਪ੍ਰਿੰਸ ਦਾ ਕੀਤਾ, ਫਿਰ ਰਣਜੀਤ ਬਾਵਾ ਦਾ ਕੀਤਾ, ਤੇ ਉਹ ਸਾਰੇ ਬ੍ਰਾਂਡਸ ਸੀਗੇ, ਵਧੀਆ ਨਾਮ ਸੀਗੇ। ਉਸ ਤੋਂ ਬਾਅਦ ਹੁਣ ਜੇ ਮੈਂ ਇਹ ਬੈਠ ਕੇ ਨਹੀਂ, ਜਿਵੇਂ ਬਾਅਦ ਚ ਸ਼ੇਅਰ ਕਰਨ ਦਾ ਵੀ ਜੀ ਨਾ ਕੀਤਾ ਹੋਵੇ, ਮੈਂ ਇਹਨੂੰ ਸ਼ੇਅਰ ਵੀ ਕਰ ਦਵਾਂ,
ਹੁੰਦੇ ਆ ਇਦਾਂ ਦੇ ਪ੍ਰੋਜੈਕਟਸ, ਮੈਂ ਕਿਉਂ ਝੂਠ ਕਹਾਂ, ਆਈ ਵੋਂਟ ਲਾਈ, ਇਦਾਂ ਦੇ ਪ੍ਰੋਜੈਕਟਸ ਹੁੰਦੇ ਆ ਜਿਹੜੇ ਤੁਸੀਂ ਆਪਣੀ ਕੰਟੀਨਿਊਟੀ ਬਣਾਉਣ ਦੇ ਲਈ ਕਰਦੇ ਹੋ ਕਿ ਮਤਲਬ ਗੱਡੀ ਚੱਲਦੀ ਰਹਿਣੀ ਚਾਹੀਦੀ ਹੈ, ਗੱਡੀ ਖੜਨੀ ਨਹੀਂ ਚਾਹੀਦੀ। ਜੇ ਗੱਡੀ ਹੁਣ ਮੈਂ ਇਹੀ ਸੋਚ ਕੇ ਬੈਠ ਜਾਵਾਂ ਕਿ ਨਹੀਂ ਹੁਣ ਮੈਂ ਰੋਸ਼ਨ ਪ੍ਰਿੰਸ ਦਾ ਕਰ ਲਿਆ, ਰਣਜੀਤ ਬਾਵਾ ਦਾ ਕਰ ਲਿਆ, ਹੁਣ ਤਾਂ ਮੈਂ ਦਿਲਜੀਤ ਦੋਸਾਂਝ ਦੇ ਹੀ ਗਾਣੇ ਦੀ ਵੇਟ ਕਰਨੀ ਹੈ। ਸੋ ਉਹ ਦਿਲਜੀਤ ਦੇ ਹਲੇ ਆਵੇਂ ਨਾ ਤੇ ਮੈਂ ਘਰ ਬਹਿ ਜਾਵਾਂ, ਮੈਂ ਕਰਾਂ ਨਾ, ਹੈ ਨਾ। ਸੋ ਉਹ ਵੀ ਕੋਈ ਸਮਝਦਾਰੀ ਨਹੀਂ ਹੈਗੀ ਮੇਰੇ ਹਿਸਾਬ ਨਾਲ। ਆਈ ਮਾਈਟ ਬੀ ਰੋਂਗ, ਆਈ ਮਾਈਟ ਬੀ ਰਾਈਟ, ਆਈ ਡੋਂਟ ਨੋ, ਬਟ ਇਹ ਮੇਰੀ ਥਿੰਕਿੰਗ। ਬਿਲਕੁਲ। ਸੋ ਮੈਨੂੰ ਐਂ ਲੱਗਦਾ ਕਿ ਗੱਡੀ ਚੱਲਦੀ ਰਹਿਣੀ ਚਾਹੀਦੀ ਹੈ, ਕਿ ਮਤਲਬ ਤੁਸੀਂ ਬਹੁਤ ਦੇਰ ਜੇ 2 ਮਹੀਨੇ ਆਊਟ ਹੋ ਗਏ ਸਕਰੀਨ ਤੋਂ ਤੇ ਫਿਰ ਲੋਕੀ ਭੁੱਲ ਜਾਂਦੇ। ਮਤਲਬ ਕੋਈ ਗਾਣੇ ਦਾ ਸਪੈਸੀਫਿਕਲੀ ਨਾਮ ਨਹੀਂ ਲੈ ਰਹੇ ਤੁਸੀਂ? ਨਾ ਸਪੈਸੀਫਿਕ ਕਿਉਂ ਲੈਣਾ, ਸਾਰੇ ਮਿਹਨਤ ਕਰਦੇ ਆ, ਸਾਰੇ ਇੰਨਾ ਪੈਸਾ ਲਾਉਂਦੇ ਆ, ਇੰਨਾ ਇਨਵੈਸਟਮੈਂਟ ਕਰਦੇ ਆ, ਫਿਰ ਜਾ ਕੇ ਇੱਕ ਗਾਣਾ ਬਣਦਾ ਹੈ। ਪਹਿਲੇ ਲਿਰਿਕਸ ਲੈਂਦੇ ਆ, ਫਿਰ ਆਡੀਓ ਤਿਆਰ ਹੁੰਦਾ, ਫਿਰ ਵੀਡੀਓ ਤੇ ਖਰਚਾ ਹੁੰਦਾ, ਫਿਰ ਰਿਲੀਜ਼ਿੰਗ ਤੇ ਖਰਚਾ ਹੁੰਦਾ। ਸੋ ਹਰ ਬੰਦਾ ਆਪਣੇ ਵੱਲੋਂ ਤਾਂ ਹਰ ਬੰਦਾ ਮਿਹਨਤ ਕਰਦਾ ਹੈ ਕਿ ਮੈਂ ਵੀ ਸਟਾਰ ਬਣ ਜਾਵਾਂ। ਹਰ ਸਿੰਗਰ ਇਸੇ ਉਮੀਦ 'ਚ ਆ ਕੇ ਗਾਣਾ ਕਰਦਾ ਹੈ। ਸੋ ਆਪਾਂ ਕਿਸੇ ਦੀ ਉਮੀਦ ਕਦੀ ਨਹੀਂ ਤੋੜਨੀ। ਅੱਛਾ, ਅਗਲਾ ਸਵਾਲ ਆ ਉਹ ਥੋੜਾ ਸੌਖਾ ਹੋਊਗਾ। ਕੋਈ 뮤직 ਵੀਡੀਓ ਜਿਹੜਾ ਜਾਂ ਕੋਈ ਪ੍ਰੋਜੈਕਟ ਹੈ ਜਾਂ ਜਿਹੜਾ ਮਨਾ ਕਰਤਾ ਹੋਵੇ, ਬਾਈ ਟਾਈਮ ਨਹੀਂ ਸੀਗੇ, ਕੁਝ ਵੀ ਸੀਗਾ, ਉਹ ਬਾਅਦ ਚ ਇੰਨਾ ਹਿੱਟ ਹੋ ਗਿਆ ਹੋਵੇ, ਬਾਅਦ ਚ ਫਿਰ ਸੋਚਿਆ ਵੀ ਯਾਰ ਮੈਨੂੰ ਕਰ ਲੈਣਾ ਚਾਹੀਦਾ ਸੀ? ਬਾਦਸ਼ਾਹ ਦਾ ਵੱਖਰਾ ਸਵੈਗ, ਬਾਦਸ਼ਾਹ ਦਾ ਨਹੀਂ, ਉਹ ਨਵਿੰਦਰ ਦਾ ਵੱਖਰਾ ਸਵੈਗ। ਮੈਨੂੰ ਕਾਲ ਆਇਆ ਸੀਗਾ, ਪ੍ਰੋਡਕਸ਼ਨ ਵਾਲੇ ਸੀਗੇ, ਬੌਬੀ ਕਰਕੇ, ਸਨੀ ਪੁੱਲ, ਆਈ ਡੋਨਟ ਨੋ ਉਹਨਾਂ ਦਾ ਐਗਜ਼ੈਕਟ ਨਾਮ ਨਹੀਂ ਮੈਨੂੰ ਯਾਦ, ਪ੍ਰੋਡਕਸ਼ਨ ਵਾਲੇ ਸੀਗੇ। ਤੇ ਉਹਨਾਂ ਦਾ ਮੈਨੂੰ ਰਾਤ ਨੂੰ ਕਾਲ ਆਇਆ 11:30 ਵਜੇ ਕਿ ਪਰਸੋਂ ਸ਼ੂਟ ਹੈ, ਪਟਿਆਲਾ 'ਚ ਸ਼ੂਟ ਹੈ ਤੇ ਏਦਾਂ ਕਰਨਾ ਹੈ ਆਪਾਂ, ਤੇ ਸਵੇਰੇ 5 ਵਜੇ ਦਾ ਟਾਈਮ ਹੈ ਤੇ 1.5 ਸ਼ਿਫਟ ਲੱਗੂਗੀ। ਇੱਕ ਸ਼ਿਫਟ ਹੁੰਦੀ ਹੈ 12 ਘੰਟੇ ਦੀ, 1.5 ਸ਼ਿਫਟ ਹੁੰਦੀ ਹੈ ਅੱਧਾ ਦਿਨ ਹੋਰ। ਤੇ ਮੈਂ ਕਿਹਾ ਯਾਰ ਹੁਣ ਕੌਣ ਪਟਿਆਲਾ ਜਾਊਗਾ, ਮੈਂ ਆਲਰੇਡੀ ਬਹੁਤ ਬੈਕ ਟੂ ਬੈਕ ਕੰਮ ਕਰ ਰਹੀ ਸੀ ਐਂਡ ਪਤਾ ਨਹੀਂ ਥੱਕੀ ਹੋਈ ਸੀ ਜਾਂ ਮੂਡ ਨਹੀਂ ਸੀ। ਮੈਂ ਕਿਹਾ ਹਾਂ ਛੱਡੋ, ਕੌਣ ਪਟਿਆਲਾ ਜਾਊਗਾ। ਮੈਂ ਕਿਹਾ ਨਹੀਂ, ਮੈਂ ਨਹੀਂ ਕਰਨਾ। ਬਾਅਦ ਚੋਂ ਜਦੋਂ ਵੱਖਰਾ ਸਵੈਗ ਆਇਆ, ਫਿਰ ਇੱਕ ਦਿਨ ਮੈਨੂੰ ਉਹੀ ਪ੍ਰੋਡਕਸ਼ਨ ਵਾਲਾ ਬੰਦਾ ਕਿਸੇ ਹੋਰ ਸ਼ੂਟ ਤੇ ਮਿਲਿਆ, ਕਹਿੰਦਾ ਵੱਖਰਾ ਸਵੈਗ अच्छा चल रहा है ना? मैं हाँ जी। कहता उसी के लिए आपको पटियाला बुला रहे थे। मैं क्या शिट, तो ਦੱਸਣਾ ਚਾਹੀਦਾ ਨਾ, ਗਾਣਾ ਇੰਨਾ ਹਿੱਟ ਹੋ ਜਾਏ ਬੰਦਾ ਉਹ ਕਿਹਨੂੰ ਪਤਾ, ਉਹੀ ਤਾਂ ਪਤਾ ਨਹੀਂ ਦੱਸ ਨਹੀਂ ਸਕਦਾ। ਥੈਂਕ ਯੂ ਸੋ ਮਚ ਆਕਾਂक्षा, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਕਿ ਜੋ ਤੁਸੀਂ ਚਾਹੁੰਦੇ ਹੋ, ਜਿਹੋ ਜਿਹੀਆਂ ਫਿਲਮਾਂ ਚਾਹੁੰਦੇ ਹੋ ਉਹ ਤੁਹਾਨੂੰ ਮਿਲਣ। ਤੇ ਅੱਗੇ ਜਾਂਦੇ ਜਾਂਦੇ ਇਹ ਦੱਸ ਦਿਓ ਵੀ ਅੱਗੇ ਪ੍ਰੋਜੈਕਟ ਕਿਹੜੇ ਆ ਰਹੇ ਆ, ਫਿਲਮਾਂ ਕਿਹੜੀਆਂ ਆ ਰਹੀਆਂ ਤੁਹਾਡੀਆਂ? ਸਭ ਤੋਂ ਜ਼ਿਆਦਾ ਰੀਸੈਂਟਲੀ ਹੁਣ ਕੱਲ੍ਹ ਹੀ ਸ਼ੂਟ ਖਤਮ ਹੋਇਆ ਨਹੀਂ ਮੈਂ ਸੱਸ ਕੁਟਨੀ 2, ਉਹਦੇ 'ਚ ਮੇਰਾ ਬਹੁਤ ਸੋਹਣਾ ਕੈਰੈਕਟਰ ਹੈ, ਬਹੁਤ ਵਧੀਆ ਪਰਫਾਰਮੈਂਸ ਓਰੀਐਂਟਡ ਕੈਰੈਕਟਰ ਹੈ। ਸੋ ਵਨ ਇਜ਼ ਦੈਟ ਐਂਡ ਬਾਕੀ ਮਿਊਜ਼ਿਕ ਵੀਡੀਓਜ਼ ਤਾਂ ਬਹੁਤ ਸਾਰੀਆਂ, ਉਹ ਤਾਂ ਮੈਂ ਰੈਗੂਲਰ। ਲਾਕਡਾਊਨ ਤੋਂ ਪਹਿਲਾਂ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਤੁਹਾਡੀ 3-4 ਫਿਲਮਾਂ ਆਉਣੀਆਂ ਸੀ, ਉਹਨਾਂ ਦਾ ਕੀ ਬਣਿਆ? ਉਹਨਾਂ ਦਾ ਇੱਕ ਤਾਂ ਗੁਰਮੁਖ ਆ, ਉਹਦਾ ਕੁਝ देयर इज समथिंग गोइंग ऑन विद द प्रोड्यूसर्स, सो आई डोंट नो, ਹੋ ਸਕਦਾ ਹੈ ਉਹ ਆ ਵੀ ਜਾਵੇ। ਐਂਡ ਅਦਰ ਦੈਨ ਦੈਟ ਸੱਸ ਕੁਟਨੀ। ਕੀ ਬਾਤ ਹੈ, ਥੈਂਕ ਯੂ ਸੋ ਮਚ ਆਕਾਂक्षा। ਜਾਂਦੇ ਜਾਂਦੇ ਕੀ ਆਡੀਅנס ਨੂੰ ਮੈਸੇਜ ਦੇਣਾ ਚਾਹੋਗੇ? ਮੈਂ ਆਡੀਅנס ਨੂੰ ਇਹ ਮੈਸੇਜ ਦਊਂਗੀ ਕਿ ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ ਇੰਨਾ ਪਿਆਰ ਦਿੱਤਾ, ਹਮੇਸ਼ਾ ਇੰਨਾ ਸਪੋਰਟ ਕੀਤਾ, ਯੂ ਹੈਵ ਬੀਨ ਸੋ ਕਾਈਂਡ ਟੂਵਰਡਸ ਮੀ ਐਂਡ ਥੈਂਕ ਯੂ ਤੁਹਾਡਾ ਸਾਰਿਆਂ ਦਾ, ਹਮੇਸ਼ਾ ਇਦਾਂ ਹੀ ਮੈਨੂੰ ਪਿਆਰ ਕਰਦੇ ਰਹੋ। ਤਾਂ ਲਓ ਜੀ, ਇਹ ਸੀਗੇ ਸਾਡੇ ਨਾਲ ਆਕਾਂक्षा ਸਰੀਨ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਗੱਲਬਾਤ ਪਸੰਦ ਆਈ ਹੋਊਗੀ ਤੇ ਇਸੇ ਤਰ੍ਹਾਂ ਹੋਰ ਇੰਟਰਵਿਊ ਦੇ ਲਈ ਦੇਖਦੇ ਰਹੋ 5 ਵੁੱਡ। ਸਤਿ ਸ਼੍ਰੀ ਅਕਾਲ।